करो री कोई सत्संग आज बनाए, करो री कोई सत्संग आज बनाए। नर देही तुम दुर्लभ पाई, आस अवसर फिर मिले न आए। ਇਹ ਸ੍ਰੀ ਹਜ਼ੂਰ ਸਵਾਮੀ ਜੀ ਮਹਾਰਾਜ ਦੀ ਬਾਣੀ ਹੈ। ਆਪ ਛੋਟੇ ਜਿਹੇ ਸ਼ਬਦ ਦੇ ਅੰਦਰ ਸੰਤ ਮਤ ਦੇ ਮੁਤਲਕ, ਸੰਤਾਂ ਮਹਾਤਮਾ ਦੀ ਤਾਲੀਮ ਔਰ ਉਪਦੇਸ਼ ਦੇ ਮੁਤਲਕ ਹਰ ਪਹਿਲੂ ਤੋਂ ਬੜੀ ਅੱਛੀ ਤਰ੍ਹਾਂ ਖੋਲ ਕੇ ਸਮਝਾ ਰਹੇ ਹਨ। ਸਾਰੀ ਦੁਨੀਆ ਵੱਲ ਨਜ਼ਰ ਮਾਰ ਕੇ ਆਪ ਫਰਮਾਉਂਦੇ ਹਨ ਕਿਸ ਤਰ੍ਹਾਂ ਦੁਨੀਆ ਦੇ ਜੀਵ ਉਸ ਪਰਮਾਤਮਾ ਨੂੰ ਭੁੱਲ ਕੇ ਵਿਸ਼ਿਆਂ, ਵਕਾਰਾਂ, ਸ਼ਰਾਬਾਂ, ਕਬਾਬਾਂ, ਇੰਦਰੀਆਂ ਦੇ ਭੋਗਾਂ, ਕੌਮਾਂ, ਮਜ਼ਹਬਾਂ, ਮੁਲਕਾਂ ਦੇ ਝਗੜਿਆਂ ਵਿੱਚ ਫਸੇ ਹੋਏ ਹਨ। ਮਾਲਕ ਦਾ ਕਿਸੇ ਨੂੰ ਪਤਾ ਹੀ ਨਹੀਂ ਹੈ, ਮਾਲਕ ਦੀ ਤਰਫ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ। ਜਦੋਂ ਦੁਨੀਆ ਦੀ ਹਾਲਤ ਦੇਖਦੇ ਹਾਂ ਕਿਸ ਤਰ੍ਹਾਂ ਕੌਮਾਂ, ਮਜ਼ਹਬਾਂ, ਮੁਲਕਾਂ ਦੇ ਝਗੜੇ ਸ਼ੁਰੂ ਹਨ, ਕਿਤਨੀਆਂ ਗਰੀਬਾਂ ਦਾ ਖੂਨ ਹੁੰਦਾ ਹੈ, ਕਿਤਨੀਆਂ ਔਰਤਾਂ ਬੇਵਾ ਹੁੰਦੀਆਂ ਹਨ, ਕਿਤਨੇ ਬੱਚੇ ਯਤੀਮ ਹੋ ਰਹੇ ਹਨ। ਜਿਸ ਜਗ੍ਹਾ ਰੋਟੀ ਕੱਪੜੇ ਵਾਸਤੇ ਆਪਾਂ ਦੁਨੀਆ ਦੇ ਜੀ ਭਟਕਦੇ ਔਰ ਤੜਫਦੇ ਫਿਰਦੇ ਹਾਂ, ਤੁਸੀਂ ਸੋਚੋ ਇਸ ਤੋਂ ਜ਼ਿਆਦਾ ਹੋਰ ਬੁਰੀ ਗੱਲ ਇਸ ਰਚਨਾ ਅੰਦਰ ਕੀ ਹੋ ਸਕਦੀ ਹੈ। ਸਭ ਦੁਨੀਆ ਦੇ ਜੀਵ ਆਪੋ ਆਪਣੀ ਜਗ੍ਹਾ ਦੁੱਖਾਂ ਔਰ ਮੁਸੀਬਤਾਂ ਨਾਲ ਭਰੇ ਪੀਤੇ ਬੈਠੇ ਹਨ, ਕੋਈ ਸੁਖੀ ਨਹੀਂ ਹੈ। ਭਰਾ ਦਾ ਦੁਸ਼ਮਣ ਹੈ, ਕੌਮ ਦੀ ਦੁਸ਼ਮਣ ਹੈ, ਮਜ਼ਹਬ ਦਾ ਦੁਸ਼ਮਣ ਹੈ, ਮੁਲਕ ਦਾ ਦੁਸ਼ਮਣ ਹੈ। ਸਭ ਲੋਕ ਇੱਕ ਦੂਸਰੇ ਦੇ ਗਲੇ ਕੱਟਣ ਲੱਗੇ ਹੋਏ ਹਨ। ਦਿਨ ਰਾਤ ਜਿਤਨੇ ਮੁਲਕ ਹਨ ਇੱਕ ਦੂਸਰੇ ਦੀਆਂ ਤਬਾਹ ਕਰਨ ਦੀਆਂ ਸਕੀਮਾਂ ਵਿੱਚ ਫਸੇ ਹੋਏ ਹਨ। ਇਸ ਵਾਸਤੇ ਸਵਾਮੀ ਜੀ ਮਹਾਰਾਜ ਸਾਡੀ ਹਾਲਤ ਦੇਖ ਕੇ ਤਰਸ ਖਾਂਦੇ ਹਨ ਕਿ ਜੋ ਕੁਝ ਪਿਛਲੇ ਜਨਮਾਂ ਦੇ ਅੰਦਰ ਕਰਮ ਕੀਤੇ ਸੀ ਉਹਨਾਂ ਦਾ ਨਤੀਜਾ ਅਸੀਂ ਰੋ ਪਿੱਟ ਕੇ ਬੜੀ ਮੁਸ਼ਕਲਾਂ ਨਾਲ ਭੁਗਤਣ ਲੱਗੇ ਹੋਏ ਹਾਂ। ਉਸੇ ਤਰ੍ਹਾਂ ਭੈੜੇ ਖੋਟੇ ਪਾਪ ਦਿਨ ਰਾਤ ਕਰੀ ਜਾਂਦੇ ਹਾਂ ਔਰ ਭੁੱਲੇ ਬੈਠੇ ਹਾਂ। ਫਿਰ ਇਹਨਾਂ ਦਾ ਨਤੀਜਾ ਭੁਗਤਣ ਵਾਸਤੇ ਇੱਥੇ ਆਉਣਾ ਪਵੇਗਾ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਬਾਬਾ ਜਗ ਫਾਤਾ ਮਹਾਜਾਲ। ਦੁਨੀਆ ਬੜੀ ਬੁਰੀ ਤਰ੍ਹਾਂ ਕਾਲ ਦੇ ਜਾਲ ਵਿੱਚ ਫਸੀ ਹੋਈ ਹੈ। ਅੱਵਲ ਤਾਂ ਅਸੀਂ ਮਾਲਕ ਦੀ ਭਗਤੀ ਨਹੀਂ ਕਰਦੇ, ਸਾਡਾ ਧਿਆਨ ਹੀ ਨਹੀਂ ਹੈ। ਕਦੇ ਭੁੱਲੇ ਭਟਕੇ ਭਗਤੀ ਦੀ ਤਰਫ ਸਾਡਾ ਧਿਆਨ ਜਾਂਦਾ ਵੀ ਹੈ। ਅਸੀਂ ਦੁਨੀਆ ਦੀਆਂ ਖਾਸ਼ਾਂ, ਦੁਨੀਆ ਦੀਆਂ ਤ੍ਰਿਸ਼ਨਾ ਲੈ ਕੇ ਭਗਤੀ ਕਰਦੇ ਹਾਂ, ਜਿਸ ਦਾ ਕੀ ਨਤੀਜਾ ਹੈ। ਫਿਰ ਉਹਨਾਂ ਖਾਸ਼ਾਂ ਤ੍ਰਿਸ਼ਨਾ ਨੂੰ ਪੂਰਾ ਕਰਨ ਵਾਸਤੇ ਸਾਨੂੰ ਇਸੇ 84 ਦੇ ਅੰਦਰ ਜਨਮ ਲੈਣਾ ਪੈਂਦਾ ਹੈ। ਸਵਾਮੀ ਜੀ ਕਹਿੰਦੇ ਇਹ ਜਿਹੜਾ ਇਨਸਾਨ ਦਾ ਜਾਮਾ ਹੈ ਇਹ ਤਾਂ ਪਰਮਾਤਮਾ ਨੇ ਸਾਨੂੰ ਆਪਣੇ ਭਗਤੀ ਵਾਸਤੇ ਬਖਸ਼ਿਆ ਸੀ, ਆਪਣੇ ਪਿਆਰ ਵਾਸਤੇ ਬਖਸ਼ਿਆ ਸੀ, ਆਪਣੇ ਵਸਾਲ ਵਾਸਤੇ ਬਖਸ਼ਿਆ ਸੀ। ਇਸੇ ਵਾਸਤੇ ਰਿਸ਼ੀਆਂ ਮੁਨੀਆਂ ਨੇ ਇਸ ਨੂੰ ਨਰ ਨਰੈਣੀ ਦੇ ਕਹਿ ਕੇ ਯਾਦ ਕੀਤਾ ਸੀ। ਮੁਸਲਮਾਨ ਫਕੀਰਾਂ ਨੇ ਅਸ਼ਰਫ ਮਖਲੂਕਾਤ ਕਹਿ ਕੇ ਯਾਦ ਕੀਤਾ ਸੀ। ਆਮ ਅਸੀਂ ਇਸ ਨੂੰ ਟੌਪ ਆਫ ਦੀ ਕ੍ਰੀਏਸ਼ਨ ਕਹਿੰਦੇ ਹਾਂ ਕਿ ਇਸ ਮੌਕੇ ਤੋਂ ਫਾਇਦਾ ਉਠਾ ਕੇ ਅਸੀਂ ਵਾਪਸ ਜਾ ਕੇ ਪਰਮਾਤਮਾ ਨਾਲ ਮਿਲ ਸਕਦੇ ਹਾਂ। ਇਸ ਵਾਸਤੇ ਆਪ ਸਮਝਾਉਂਦੇ ਹਨ ਕਿ ਜੋ ਕੁਝ ਤੁਸੀਂ ਅੱਖਾਂ ਨਾਲ ਦੇਖ ਰਹੇ ਹੋ ਇੱਕ 84 ਦਾ ਬਹੁਤ ਬੜਾ ਸਾਰਾ ਜੇਲ੍ਹ ਖਾਨਾ ਹੈ। ਅਸੀਂ ਆਪਣੇ ਕਰਮਾਂ ਕਰਕੇ ਇਸ ਜੇਲ੍ਹ ਖਾਨੇ ਦੇ ਕੈਦੀ ਬਣੇ ਬੈਠੇ ਹਾਂ। ਸਾਡੀ ਆਤਮਾ ਉਸ ਪਰਮਾਤਮਾ ਦੀ ਅੰਸ਼ ਹੈ, ਅਸੀਂ ਉਸ ਸਤਨਾਮ ਸਮੁੰਦਰ ਦੇ ਕਤਰੇ ਹਾਂ। ਔਰ ਇਹ ਜਿਹੜੀ ਦੁਨੀਆ ਹੈ ਇਹ ਕਰਮ ਭੂਮੀ ਹੈ, ਕਰਮਾਂ ਸੰਧੜਾ ਖੇਤ ਹੈ। ਜੋ ਮਨ ਦੇ ਤਾਬੇ ਹੋ ਕੇ ਆਪਾਂ ਕਰਮ ਕਰਦੇ ਹਾਂ, ਅੱਛੇ ਵੀ ਕਰਦੇ ਹਾਂ, ਬੁਰੇ ਵੀ ਕਰਦੇ ਹਾਂ, ਉਹਨਾਂ ਸਾਰਿਆਂ ਦਾ ਨਤੀਜਾ ਇੱਥੇ ਆ ਕੇ ਸਾਨੂੰ ਭੁਗਤਣਾ ਪੈਂਦਾ ਹੈ। ਅੱਛੇ ਕਰਮ ਵੀ ਸਾਨੂੰ ਦੇਹ ਦਿਆਂ ਬੰਧਨਾਂ ਤੋਂ ਆਜ਼ਾਦ ਨਹੀਂ ਕਰ ਸਕਦੇ। ਬੁਰੀਆਂ ਕਰਮਾਂ ਨੇ ਤਾਂ ਕੀ ਸਾਨੂੰ ਦੇਹ ਦਿਆਂ ਬੰਧਨਾਂ ਤੋਂ ਆਜ਼ਾਦ ਕਰਨਾ ਸੀ। ਔਰ ਇਹਨਾਂ ਕਰਮਾਂ ਕਰਕੇ
जिथे भी जाके कोई जन्म लेना पैंदा है उस जगह नज़र मार के देख लो, दुख ही दुख, मुसीबत ही मुसीबत भुगतनियाँ पैंदियां हैं। किसी जामे अंदर जाके कोई सुख नहीं हासिल कर सकता, कोई शांति प्राप्त नहीं कर सकता। इस वास्ते स्वामी जी समझाते हैं कि जिस परपद और मकसद वास्ते सानू मालिक ने मौका दिता सी उसकी तरफ तो सानू ध्यान ही नहीं जाता। इस 84 लाख जिया जौन के जेल खाने चो परमात्मा ने सानू निकलने का एक दरवाज़ा दिता है। वो केड़ा दरवाज़ा है? वो इंसान का जामा है। इसे वास्ते परमात्मा बख्शता है कि इस तो फायदा उठा के मालिक की भगती करिए, मालिक नाल वसाल करिए, ताकि साडा देह दियां बंधना तो हमेशा वास्ते छुटकारा हो सके। इस वास्ते स्वामी जी कहते मते किसी के मन में ख्याल होवे कि हर मौत तो बाद सानू इंसान का जामा मिल जाएगा, पता मिले मिले ना मिले ना मिले, या किसी ऐसी जगह जाके जन्म हो जाए जिथे जाके भुले पटके भी उसका ख्याल परमात्मा की भगती तरफ नहीं जा सकता। दुनिया में नज़र मार के देख लो, कौमां दे कौम, मजहबां दे मजहब, मुल्कां दे मुल्क मालिक की असली भगती तो खाली होए बैठे हैं। गुरु नानक साहब समझाते हैं, काया नगर नगर है नीको वे सौदा हर रस कीजे। साडी दे बहुत ही खूबसूरत शहर है, क्योंकि इस दे अंदर बैठ के असी हरी का सौदा खरीद सकते हाँ। जिहड़ा सौदा दे विच बैठ के साडे खरीदण दे काबिल है वो केवल मालिक की भगती, मालिक का वसाल है। इस वास्ते स्वामी जी ने कहा सी, मिली नर दे ये तुमको बनाओ काज कुछ अपना, दे और ग्रे सब झूठा भरम में काहे को खपना। ये जड़ा इंसान का जामा है ये थानू परमात्मा ने किसी खास परपज़, खास मकसद वास्ते बख्शिया है। जिस दुनिया के मोह और प्यार विच फसे हुए हो ये झूठी है, अगे दसणगे सब ने नाश हो जाना है, सब ने फला हो जाना है। दुनिया के रिश्ते झूठे हैं, दुनिया दिया प्यार झूठे हैं, दुनिया दिया मुहब्बतां झूठियां हैं। असी अपने आप नूं धोखा दे रहे हाँ, लोग एक दूसरे नूं धोखा देण लगे हुए हैं। ना इत्थे कदे किसी का कोई बनया है, ना कदे किसी का कोई बन सकता है। इस वास्ते स्वामी जी कहते इस मौके तो हर एक नूं फायदा उठाना चाहिए है, उस मंजिले मकसूद नूं अखां अगे रखना है, उस डेस्टिनेशन की खोज करनी है, उस रूहानी सफ़र नूं तय करना है, ताकि साडा देह विच आउण दा परपज़ पूरा हो सके, देह विच आउण दा मकसद पूरा हो सके। गुरु नानक साहब ने कहा सी, 184 जोन सुबाई मानस को तब दी वडियाई, इस पौड़ी ते जो नर चुके सुआए जाए दुख पाएंदा। ये जड़ा इंसान का जामा है ये सीढ़ी का आखिरी स्टैप है, आखिरी डंडा है। कोशिश करांगे अपने मकान की छत ते चले जावांगे, अगर आखिरी सीढ़ी तो भी अपना पैर फिसलता है सीधे आप नीचे आके गिरते हैं। इसी तरह कबीर साहब ने कहा सी कि इसे वास्ते सबीर साहब कहते हैं इंसान का जामा बड़ा दुर्लभ है। अगर दरख्त तो एक फल पक के जमीन ते गिर जाए, कितनी भी तुसी कोशिश क्यों ना करो वो फल दरख्त के नाल फिर जुड़ नहीं सकता। इसी तरह ये मौका भी अगर हथों निकल गया, ये मौका भी बार बार नहीं मिलता। इस वास्ते स्वामी जी कहते हैं कि इस घर से उस घर जाना, जितना चिर परमात्मा ने सानू देह विच बैठन का मौका बख्शिया है, सानू असले अपने घर की खोज कर लेनी चाहिए है। जिस वक्त सानू ये मौका मिलता है असी जिंदगी के असली परपज़ और मकसदों का बिल्कुल भुल जाते हाँ। इसे वास्ते गुरु नानक साहब कहते, तंदे तावत जग बांधिया ना बूझे विचार, जम्मन मरण वसारिया मन मुख मुग्ध गवाह। असी दुनिया के जीव कितने मनमुख हाँ, मुग्ध हाँ, गवार हाँ कि जिस परपज़ वास्ते इंसान का जामा मिलिया है
ਉਸ ਨੂੰ ਤਾਂ ਬਿਲਕੁਲ ਭੁੱਲੇ ਬੈਠੇ ਹਾਂ। ਇਹਨਾਂ ਵਿਸ਼ਿਆਂ ਵਕਾਰਾਂ ਸ਼ਰਾਬਾਂ ਕਬਾਬਾਂ ਵਿੱਚ ਫਸੇ ਹੋਏ ਹਾਂ, ਪੇਟ ਦੇ ਧੰਦਿਆਂ ਵਿੱਚ ਲੱਗੇ ਹੋਏ ਹਾਂ, ਦੁਨੀਆ ਦੀ ਧਨ ਦੌਲਤ ਜਾਂ ਦੁਨੀਆ ਦੇ ਪਦਾਰਥਾਂ ਮਗਰ ਤਲਫਦੇ ਫਿਰਦੇ ਹਾਂ। ਇਸ ਤੋਂ ਜ਼ਿਆਦਾ ਅਸੀਂ ਮੂਰਖ ਹੋਰ ਕੀ ਸੋਚ ਸਕਦੇ ਹਾਂ? ਕਿਉਂਕਿ ਪਰਮਾਤਮਾ ਨੇ ਹੀਰੇ ਜਵਾਹਰਾਤ ਦਾ ਬਣਜ ਵਪਾਰ ਕਰਨ ਵਾਸਤੇ ਭੇਜਿਆ ਸੀ। ਅਸੀਂ ਕੌਡੀਆਂ ਇਕੱਠੀਆਂ ਕਰਨ ਵਾਸਤੇ ਦਿਨ ਰਾਤ ਲੱਗੇ ਹੋਏ ਹਾਂ। ਇਸ ਵਾਸਤੇ ਮਹਾਤਮਾ ਗਫਲਤ ਦੀ ਨੀਂਦ ਤੋਂ ਬੇਦਾਰ ਕਰਦੇ ਹਨ ਕਿ ਤੁਸੀਂ ਕਦੇ ਉਸ ਸਮੇਂ ਔਰ ਵਕਤ ਨੂੰ ਅੱਖਾਂ ਅੱਗੇ ਰੱਖ ਕੇ ਦੇਖਿਆ ਹੈ? ਕੌਣ ਤੁਹਾਡੀ ਸਹਾਇਤਾ ਕਰਦਾ ਹੈ, ਕੌਣ ਤੁਹਾਡੀ ਮਦਦ ਕਰਦਾ ਹੈ? ਸਭ ਇਰਦ ਗਿਰਦ ਸਾਡੇ ਬੈਠੇ ਹੀ ਰਹਿ ਜਾਂਦੇ ਹਨ। ਕਦੇ ਕਿਸੇ ਨੂੰ ਇਹ ਵੀ ਤਾਂ ਪਤਾ ਨਹੀਂ ਲੱਗਾ ਮੌਤ ਦੇ ਫਰਿਸ਼ਤੇ ਆਉਂਦੇ ਕਿਹੜੀ ਤਰਫੋਂ ਹਨ ਔਰ ਸਾਨੂੰ ਕੰਨੋਂ ਪਕੜ ਕੇ ਲੈ ਕਿਹੜੀ ਤਰਫ ਜਾਂਦੇ ਹਨ। ਸਵਾਏ ਕਿ ਇੱਕ ਦੂਸਰੇ ਦੇ ਵਿਛੜਨ 'ਤੇ ਆਪਾਂ ਰੋਣ 'ਤੇ ਜ਼ਰੂਰ ਜ਼ੋਰ ਦੇ ਦਿੰਦੇ ਹਾਂ, ਹੋਰ ਤਾਂ ਅਸੀਂ ਕਿਸੇ ਵਾਸਤੇ ਕੁਝ ਵੀ ਨਹੀਂ ਕਰ ਸਕਦੇ। ਇਸ ਵਾਸਤੇ ਸਵਾਮੀ ਜੀ ਪਿਆਰ ਨਾਲ ਸਮਝਾਉਂਦੇ ਹਨ ਕਿ ਇਸ ਮੌਕੇ ਤੋਂ ਹਰ ਇੱਕ ਨੂੰ ਪੂਰਾ ਫਾਇਦਾ ਉਠਾਉਣਾ ਚਾਹੀਦਾ ਹੈ। करो रे कोई सत्संग आज बनाए, करो रे कोई सत्संग आज बनाए, नर देही तुम दुर्लभ पाई, आस अवसर फिर मिले न आए, तिरिया सुत तन ताम बढ़ाई, ये सुख फिर दुख मूल दिखाए। ਦੁਨੀਆ ਦੇ ਰਿਸ਼ਤੇ ਦੇ ਮੁਤਲਕ, ਦੁਨੀਆ ਦੀ ਜਾਇਦਾਦਾਂ ਧਨ ਦੌਲਤ ਦੇ ਮੁਤਲਕ ਖੋਲ੍ਹ ਕੇ ਸਮਝਾਉਂਦੇ ਹਨ। ਜਿਨ੍ਹਾਂ ਦੇ ਮੋਹ ਔਰ ਪਿਆਰ ਵਿੱਚ ਫਸ ਕੇ, ਜਿਨ੍ਹਾਂ ਨੂੰ ਆਪਣਾ ਬਣਾਉਣ ਵਾਸਤੇ ਅਸੀਂ ਸਾਰੀ ਉਮਰ ਖੋ ਕੇ ਬੈਠ ਜਾਂਦੇ ਹਾਂ। ਸਵਾਮੀ ਜੀ ਫਰਮਾਉਂਦੇ, ਇਹਨਾਂ 'ਚੋਂ ਕਿਸੇ ਨੇ ਤੁਹਾਡੀ ਸਹਾਇਤਾ ਨਹੀਂ ਕਰਨੀ, ਇਹਨਾਂ 'ਚੋਂ ਕਿਸੇ ਨੇ ਤੁਹਾਡੀ ਮਦਦ ਨਹੀਂ ਕਰਨੀ। ਇਹ ਆਪਣੀ ਗਰਜ਼ ਕਰਕੇ ਸਾਡੇ ਨਾਲ ਲੱਗੇ ਹੋਏ ਹਨ, ਅਸੀਂ ਆਪਣੀ ਗਰਜ਼ ਕਰਕੇ ਇਹਨਾਂ ਨਾਲ ਲੱਗੇ ਹੋਏ ਹਾਂ। ਅਸੀਂ ਇਹਨਾਂ ਅੰਦਰੋਂ ਸੁੱਖ ਢੂੰਡਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਸਾਡੇ ਅੰਦਰੋਂ ਸੁੱਖ ਢੂੰਡਣ ਦੀ ਕੋਸ਼ਿਸ਼ ਕਰਦੇ ਹਨ। ਅਗਰ ਸਾਨੂੰ ਉਹਨਾਂ ਨਾਲ ਗਰਜ਼ ਨਾ ਹੋਵੇ, ਕਿਤਨਾ ਵੀ ਨਜ਼ਦੀਕੀ ਰਿਸ਼ਤਾ ਕਿਉਂ ਨਾ ਹੋਵੇ, ਸਾਨੂੰ ਉਹਨਾਂ ਨਾਲ ਨਫ਼ਰਤ ਹੋਣੀ ਸ਼ੁਰੂ ਹੋ ਜਾਂਦੀ ਹੈ। ਅਗਰ ਉਹਨਾਂ ਦੀ ਸਾਡੇ ਤੱਕ ਗਰਜ਼ ਨਹੀਂ ਹੈ, ਅਸੀਂ ਅੱਖਾਂ ਮਿਲਾਉਣ ਨੂੰ ਕਿਸੇ ਨਾਲ ਤਿਆਰ ਨਹੀਂ ਹੁੰਦੇ। ਇਸ ਵਾਸਤੇ ਕਹਿੰਦੇ ਇਹ ਤਾਂ ਲੈਣੇ ਦੇਣੇ ਦਾ ਸੰਬੰਧ ਹੈ, ਤਾਂ ਗਰਜ਼ਾਂ ਦਾ ਪਿਆਰ ਹੈ। ਕੋਈ ਇਸਤਰੀ ਬਣ ਕੇ ਆ ਗਿਆ, ਕੋਈ ਪਤੀ ਬਣ ਕੇ ਆ ਗਿਆ, ਕੋਈ ਬਾਲ ਬੱਚੇ ਬਣ ਕੇ ਆ ਗਏ, ਕੋਈ ਯਾਰ ਦੋਸਤ ਬਣ ਕੇ ਆ ਗਏ। ਜਿਤਨਾ ਕਿਸੇ ਨਾਲ ਹਿਸਾਬ ਕਿਤਾਬ ਹੈ, ਭੁਗਤਣ ਤੋਂ ਬਾਅਦ ਸਭ ਨੇ ਆਪੋ ਆਪਣੇ ਰਸਤਿਆਂ 'ਤੇ ਚਲੇ ਜਾਣਾ ਹੈ। ਨਾ ਅੱਜ ਤੱਕ ਕਦੇ ਕਿਸੇ ਨਾਲ ਕੋਈ ਗਿਆ ਹੈ, ਨਾ ਕਦੇ ਕਿਸੇ ਨਾਲ ਕੋਈ ਜਾ ਹੀ ਸਕਦਾ ਹੈ। ਦੇਖ ਲਓ, ਕਈ ਆਪਾਂ ਨੂੰ ਛੱਡ ਕੇ ਜਾ ਚੁੱਕੇ ਹਨ, ਕਈਆਂ ਨੂੰ ਆਪਾਂ ਛੱਡ ਕੇ ਜਾਣ ਦੀ ਤਿਆਰੀ ਕਰੀ ਬੈਠੇ ਹਾਂ। ਦਰਿਆ ਦੇ ਅੰਦਰ ਕਈ ਲੱਕੜਾਂ ਬਹੀਆਂ ਨਜ਼ਰ ਆਉਂਦੀਆਂ ਹਨ। ਇੱਕ ਲਹਿਰ ਉੱਠਦੀ ਹੈ, ਲੱਕੜਾਂ ਨੂੰ ਇਕੱਠਾ ਕਰ ਦਿੰਦੀ ਹੈ, ਦੂਸਰੀ ਲਹਿਰ ਉੱਠਦੀ ਹੈ, ਲੱਕੜਾਂ ਨੂੰ ਲਖੇੜ ਦਿੰਦੀ ਹੈ। ਕਰਮਾਂ ਦੀ ਲਹਿਰ ਉੱਠੀ, ਅਸੀਂ ਕਿਤਨੇ ਰਿਸ਼ਤੇਦਾਰ ਮਿੰਟਾਂ ਸਕਿੰਟਾਂ ਅੰਦਰ ਇਕੱਠੇ ਹੋ ਜਾਂਦੇ ਹਾਂ। ਦੂਸਰੇ ਕਰਮਾਂ ਦੀ ਲਹਿਰ ਉੱਠੀ, ਅਸੀਂ ਫੇਰ ਆਪੋ ਆਪਣੀ ਜਗ੍ਹਾ ਨੂੰ ਤੁਰ ਪੈਂਦੇ ਹਾਂ। ਰੇਲਵੇ ਦਾ ਸਫ਼ਰ ਕਰਦੇ ਹਾਂ, ਹਰ ਸਟੇਸ਼ਨ ਆਉਂਦਾ ਹੈ, ਕਈ ਸਵਾਰੀਆਂ ਉਤਰ ਜਾਂਦੀਆਂ ਹਨ, ਕਈ ਸਵਾਰੀਆਂ ਆ ਕੇ ਚੜ੍ਹ ਜਾਂਦੀਆਂ ਹਨ, ਲੇਕਿਨ ਸਾਡਾ ਕਿਸੇ ਸਵਾਰੀ ਨਾਲ ਕੋਈ ਪੱਕਾ ਸਾਥ ਨਹੀਂ ਰਹਿੰਦਾ। ਇਸੇ ਤਰ੍ਹਾਂ ਇਹ ਦੁਨੀਆ ਦਾ ਇੱਕ ਲੰਬਾ ਸਫ਼ਰ ਹੈ। ਇਸ ਵਾਸਤੇ ਸਵਾਮੀ ਜੀ ਕਹਿੰਦੇ, ਕਿੰਨਾਂ ਦੇ ਮੋਹ ਵਿੱਚ ਫਸੇ ਹੋਏ ਹੋ, ਕਿੰਨਾਂ ਦੇ ਪਿਆਰ ਵਿੱਚ ਫਸੇ ਹੋਏ ਹੋ। ਇਹ ਜਿਹੜੀ ਧਨ ਦੌਲਤ ਜਿਨ੍ਹਾਂ ਨੂੰ ਆਪਣਾ ਕਹਿ ਕੇ ਕਿੰਨਾ ਫਖਰ ਮਹਿਸੂਸ ਕਰਦੇ ਹੋ, ਇਹਨੇ ਵੀ ਤੁਹਾਡਾ ਸਾਥ ਨਹੀਂ ਦੇਣਾ। ਬੜੇ ਰਾਜੇ ਮਹਾਰਾਜੇ ਸੇਠ ਸ਼ਾਹੂਕਾਰ ਇਹ ਦੁਨੀਆ ਦੀ ਧਨ ਦੌਲਤ ਜਾਇਦਾਦਾਂ ਹਵੇਲੀਆਂ ਬਾਦਸ਼ਾਹਤਾਂ ਨੂੰ ਆਪਣਾ ਕਹਿੰਦੇ ਚਲੇ ਗਏ। ਉਹਨਾਂ ਦੀਆਂ ਦਾ ਬਣੀਆਂ, ਤੁਹਾਡੀਆਂ ਕਿਸ ਤਰ੍ਹਾਂ ਬਣ ਸਕਦੀਆਂ ਹਨ? ਤੁਸੀਂ ਪਟਵਾਰੀਆਂ ਦੇ ਕਾਗਜ਼ ਦੇਖ ਲਓ,
ਰਜਿਸਟਰੀਆਂ ਦਾ ਰਿਕਾਰਡ ਦੇਖ ਲਵੋ, ਪਹਿਲਾਂ ਕਿੰਨਾਂ ਦੇ ਨਾਂ ਚੜੀਆਂ ਹੋਈਆਂ ਸਨ। ਉਹ ਮਰਦਾ ਅਗਲਾ ਪਿੱਛੋਂ ਹੈ, ਵੰਡਣ ਵਾਲੇ ਤਕਸੀਮ ਕਰਨ ਵਾਲੇ ਪਹਿਲਾਂ ਹੀ ਝਗੜਾ ਖੜਾ ਕੀਤੇ ਬੈਠੇ ਹਨ। ਇਸ ਵਾਸਤੇ ਆਪ ਪਿਆਰ ਦੇ ਨਾਲ ਸਮਝਾਉਂਦੇ ਹਨ ਕਿ ਤੁਸੀਂ ਕਿੰਨਾ ਵਾਸਤੇ ਭਟਕਦੇ ਫਿਰਦੇ ਹੋ, ਕਿੰਨਾ ਵਾਸਤੇ ਦਿਨ ਰਾਤ ਤੜਫਦੇ ਫਿਰਦੇ ਹੋ। ਤੁਸੀਂ ਇਹਨਾਂ ਨੂੰ ਸੁੱਖ ਦਾ ਕਾਰਨ ਸਮਝ ਕੇ ਇਹਨਾਂ ਨੂੰ ਆਪਣੀ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹੋ। ਜਿਤਨਾ ਤੁਸੀਂ ਇਹਨਾਂ ਅੰਦਰੋਂ ਸੁੱਖ ਢੂੰਡਦੇ ਹੋ, ਉਤਨਾ ਦਿਨ ਰਾਤ ਤੁਸੀਂ ਜ਼ਿਆਦਾ ਦੁਖੀ ਹੁੰਦੇ ਚਲੇ ਜਾਂਦੇ ਹੋ। ਸ਼ਾਦੀ ਹੁੰਦੀ ਹੈ ਸੁਖ ਵਾਸਤੇ ਕਰਦੇ ਹਾਂ, ਸ਼ਾਂਤੀ ਵਾਸਤੇ ਕਰਦੇ ਹਾਂ। ਦੇਖ ਲਓ ਉਸੇ ਸਾਥੀ ਨਾਲ ਖਟਪਟੀ ਸ਼ੁਰੂ ਹੋ ਜਾਂਦੀ ਹੈ। ਕਦੇ ਪੈਸੇ ਤੋਂ ਝਗੜਾ ਹੋ ਜਾਂਦਾ ਹੈ, ਕਦੇ ਬਾਲ ਬੱਚਿਆਂ ਤੋਂ ਝਗੜਾ ਹੋ ਜਾਂਦਾ ਹੈ, ਕਦੇ ਘਰ ਦੇ ਸੱਸ ਸਹੁਰੇ ਦੇ ਗੱਲਾਂ ਤੋਂ ਝਗੜਾ ਹੋ ਜਾਂਦਾ ਹੈ, ਕਿਸੇ ਨਾ ਕਿਸੇ ਗੱਲ 'ਤੇ ਝਗੜਾ ਹੋ ਜਾਂਦਾ ਹੈ। ਉਹੀ ਘਰ ਆਪਣਾ ਦੋਜ਼ਖ ਬਣ ਕੇ ਬੈਠ ਜਾਂਦਾ ਹੈ। ਬਾਲ ਬੱਚੇ ਪੈਦਾ ਹੁੰਦੇ ਹਨ, ਕਿਤਨੀਆਂ ਖੁਸ਼ੀਆਂ ਮਨਾਉਂਦੇ ਹਾਂ, ਦਾਨ ਕਰਦੇ ਹਾਂ, ਪਾਰਟੀਆਂ ਕਰਦੇ ਹਾਂ, ਲੇਕਿਨ ਸਾਡੇ ਵਾਸਤੇ ਬਾਲ ਬੱਚਿਆਂ ਤੋਂ ਜ਼ਿਆਦਾ ਦੁਨੀਆ ਅੰਦਰ ਹੋਰ ਕੋਈ ਦੁੱਖ ਦੇਣ ਵਾਲੀ ਚੀਜ਼ ਕਦੇ ਹੋ ਹੀ ਨਹੀਂ ਸਕਦੀ। ਕੋਈ ਬਿਮਾਰ ਹੋ ਜਾਵੇ, ਅਸੀਂ ਆਪਣੇ ਦਾ ਜ਼ਿਆਦਾ ਦੁੱਖ ਮਹਿਸੂਸ ਕਰਦੇ ਹਾਂ ਬਿਨਸਬਤ ਬਗਾਨੇ ਨਾਲੋਂ। ਆਪਣੇ ਬੱਚੇ ਦਾ ਸਿਰ ਦਰਦ ਹੋ ਜਾਵੇ, ਸਾਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ। ਬਗਾਨਿਆਂ ਦੇ ਕਿਤਨੇ ਜਨਾਜ਼ੇ ਨਿਕਲ ਜਾਣ, ਸਾਡੇ ਮਨ 'ਤੇ ਸਫੈਦੀ ਜਿੰਨਾ ਅਸਰ ਨਹੀਂ ਹੁੰਦਾ। ਫਿਰ ਬੱਚਿਆਂ ਦੀ ਪਰਵਰਿਸ਼ ਕਰਨੀ ਕਿਹੜੀ ਆਸਾਨ ਹੈ। ਸਕੂਲਾਂ 'ਚ ਅੱਜ ਕੱਲ੍ਹ ਦਾਖਲੇ ਲੈਣੇ ਕਿਹੜੇ ਆਸਾਨ ਹਨ। ਕੋਈ ਡਰੱਗ ਐਡਿਕਟ ਹੋ ਜਾਂਦਾ ਹੈ, ਕੋਈ ਜਵਾਰੀਆ ਹੋ ਜਾਂਦਾ ਹੈ, ਕੋਈ ਚੋਰ ਬਣ ਜਾਂਦਾ ਹੈ, ਕੋਈ ਸ਼ਰਾਬੀ ਬਣ ਜਾਂਦਾ ਹੈ, ਕਿਸੇ ਦਾ ਐਕਸੀਡੈਂਟ ਹੋ ਜਾਂਦਾ ਹੈ, ਕੋਈ ਅਪਾਹਜ ਹੋ ਜਾਂਦਾ ਹੈ, ਕਿਸੇ ਨੂੰ ਪੋਲੀਓ ਹੋ ਜਾਂਦਾ ਹੈ। ਸਾਰੀ ਉਮਰ ਦਾ ਦੁੱਖ ਲਾ ਕੇ ਅਸੀਂ ਬੈਠ ਜਾਂਦੇ ਹਾਂ। ਅਸੀਂ ਆਪਣੇ ਵੱਲੋਂ ਸੁੱਖ ਦਾ ਉਹਨਾਂ ਨੂੰ ਕਾਰਨ ਸਮਝੀ ਬੈਠੇ ਸੀ। ਜਿਉਂ-ਜਿਉਂ ਬੜੇ ਹੁੰਦੇ ਹਾਂ, ਉਹ ਸਾਡੇ ਵਾਸਤੇ ਦੁੱਖ ਦਾ ਕਾਰਨ ਬਣਨਾ ਸ਼ੁਰੂ ਕਰ ਦਿੰਦੇ ਹਨ। ਇਸੇ ਤਰ੍ਹਾਂ ਦੁਨੀਆ ਦੀ ਧਨ ਦੌਲਤ ਨੂੰ ਸੁੱਖ ਦਾ ਕਾਰਨ ਸਮਝਦੇ ਹਾਂ। ਕਿਤਨਾ ਜ਼ੋਰ ਲਾ ਕੇ ਅਸੀਂ ਇਸ ਰੁਪਏ ਪੈਸੇ ਨੂੰ ਕਮਾਉਂਦੇ ਹਾਂ। ਬੜਾ ਰੁਪਇਆ ਇਕੱਠਾ, ਮਿਲੀਅਨ ਡਾਲਰ ਵੀ ਆਪਾਂ ਇਕੱਠੇ ਕਰ ਲੈਂਦੇ ਹਾਂ, ਲੇਕਿਨ ਜਦੋਂ ਇਕੱਠਾ ਕਰ ਲੈਂਦੇ ਹਾਂ ਫਿਰ ਹੋਸ਼ ਆਉਂਦੀ ਹੈ, ਇਹ ਤਾਂ ਸਾਨੂੰ ਉਲਟਾ ਦੁੱਖ ਦੇਣਾ ਸ਼ੁਰੂ ਕਰ ਗਈ ਹੈ। ਕਦੇ ਸ਼ੇਅਰ ਕੰਪਨੀਆਂ ਦੇ ਕੰਮ ਹੋ ਰਹੇ ਹਨ, ਕਦੇ ਕੰਪਨੀਆਂ ਫੇਲ ਹੋ ਰਹੀਆਂ ਹਨ, ਕਦੇ ਬੈਂਕ ਫੇਲ ਹੋ ਰਹੇ ਹਨ, ਕਦੇ ਸੇਲ ਟੈਕਸ ਦੇ ਝਗੜੇ ਪਏ ਹੋਏ ਹਨ, ਕਦੇ ਇਨਕਮ ਟੈਕਸ ਦੇ ਝਗੜੇ ਪਏ ਹੋਏ ਹਨ, ਕਦੇ ਰੇਡ ਹੋ ਰਹੇ ਹਨ, ਕਦੇ ਚੋਰਾਂ ਡਾਕੂਆਂ ਦਾ ਡਰ ਲੱਗਾ ਹੋਇਆ ਹੈ, ਕਦੇ ਯਾਰ ਦੋਸਤ ਮੁੱਕਰੀ ਜਾ ਰਹੇ ਹਨ, ਕਦੇ ਕਚਹਿਰੀਆਂ 'ਚੋਂ ਡਿਗਰੀਆਂ ਨਹੀਂ ਹੁੰਦੀਆਂ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਬੜੇ ਜੋ ਦੇਖੇ ਲੋਕ ਤਿਨਕੋ ਵਿਆਪੇ ਚਿੰਤਾ ਰੋਗ। ਜਿਨ੍ਹਾਂ ਨੂੰ ਅਸੀਂ ਬਹੁਤ ਵੱਡੇ ਸੇਠ ਸ਼ਾਹੂਕਾਰ ਰਾਜੇ ਮਹਾਰਾਜੇ ਸਮਝਦੇ ਹਾਂ, ਸੋਚਦੇ ਹਾਂ ਬਹੁਤ ਸੁਖੀ ਹੋਣਗੇ। ਗੁਰੂ ਨਾਨਕ ਸਾਹਿਬ ਕਹਿੰਦੇ ਸਭ ਤੋਂ ਵੱਡੀ ਜਿਹੜੀ ਬਿਮਾਰੀ ਹੈ ਉਹਨਾਂ ਨੂੰ ਲੱਗੀ ਹੋਈ ਹੈ। ਉਹ ਕਿਸ ਚੀਜ਼ ਦੀ ਬਿਮਾਰੀ ਹੈ? ਉਹ ਚਿੰਤਾ ਦੀ ਬਿਮਾਰੀ ਹੈ, ਉਹ ਡਿਪਰੈਸ਼ਨ ਦੀ, ਮੈਂਟਲ ਡਿਪਰੈਸ਼ਨ ਦੀ ਬਿਮਾਰੀ ਹੈ, ਜਿਸ ਦਾ ਕੋਈ ਦੁਨੀਆ ਵਿੱਚ ਇਲਾਜ ਹੀ ਨਹੀਂ ਹੋ ਸਕਦਾ। ਇਸ ਵਾਸਤੇ ਆਪ ਪਿਆਰ ਦੇ ਨਾਲ ਸਮਝਾਉਂਦੇ ਹਨ। ਅਸੀਂ ਇਹਨਾਂ ਚੀਜ਼ਾਂ ਨੂੰ ਆਪਣਾ ਸੁੱਖ ਦਾ ਕਾਰਨ ਸਮਝੀ ਬੈਠੇ ਸੀ, ਇਹ ਉਲਟੀਆਂ ਸਾਡੇ ਵਾਸਤੇ ਦੁੱਖ ਦਾ ਕਾਰਨ ਬਣ ਕੇ ਖੜੀਆਂ ਹੋ ਜਾਂਦੀਆਂ ਹਨ। ਇਸ ਵਾਸਤੇ ਆਪ ਫਰਮਾਉਂਦੇ ਹਨ, ਇਹਨਾਂ 'ਚੋਂ ਨਾ ਤਾਂ ਅੱਜ ਤੱਕ ਕਦੇ ਕਿਸੇ ਨੂੰ ਸੁੱਖ ਮਿਲਿਆ ਹੈ, ਨਾ ਇਹਨਾਂ ਸ਼ਕਲਾਂ ਔਰ ਪਦਾਰਥਾਂ 'ਚੋਂ ਕਦੇ ਕਿਸੇ ਨੂੰ ਸੁੱਖ ਮਿਲ ਹੀ ਸਕਦਾ ਹੈ, ਕਿਉਂਕਿ ਇਹਨਾਂ ਨੇ ਨਾਸ਼ ਹੋ ਜਾਣਾ ਹੈ, ਇਹਨਾਂ ਨੇ ਫਨਾ ਹੋ ਜਾਣਾ ਹੈ। ਇਹ ਕਦੇ ਕਿਸੇ ਦੇ ਜੇਬ ਦੇ ਅੰਦਰ ਹਨ, ਕਦੇ ਕਿਸੇ ਦੀ ਜੇਬ ਦੇ ਅੰਦਰ ਹਨ। ਇਸ ਵਾਸਤੇ ਸਵਾਮੀ ਜੀ ਸਾਨੂੰ ਖਬਰਦਾਰ ਕਰਦੇ ਹਨ, ਮਤੇ ਤੁਸੀਂ ਇਹ ਮਨ ਸਮਝੀ ਬੈਠੋ, ਇਹ ਤੁਹਾਡੇ ਹੀ ਰਿਸ਼ਤੇਦਾਰ ਹਨ, ਤੁਹਾਡੇ ਹੀ ਯਾਰ ਦੋਸਤ ਹਨ, ਤੁਹਾਡੀਆਂ ਹੀ ਦਾਦਾ ਦਾਦਾ ਹਨ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਮਾਤਾ ਪਿਤਾ ਮਾਇਆ ਦੇਹ ਸਰੋਗੀ, ਰੋਗੀ ਕੁਟੰਬ ਸੰਜੋਗੀ। ਸਭ ਤੋਂ ਜ਼ਿਆਦਾ ਸਾਡੇ ਉੱਪਰ ਅਗਰ ਕਿਸੇ ਦਾ ਅਹਿਸਾਨ ਹੈ, ਉਹ ਸਾਡੇ ਮਾਤਾ ਪਿਤਾ ਦਾ ਅਹਿਸਾਨ ਹੈ। ਉਹ ਬੜੇ ਦੁੱਖਾਂ ਔਰ ਤਕਲੀਫਾਂ ਨਾਲ ਸਾਨੂੰ ਕੇਵਲ ਜਨਮ ਹੀ ਨਹੀਂ ਦਿੰਦੇ, ਸਾਡੀ ਪਰਵਰਿਸ਼ ਵੀ ਕਰਦੇ ਹਨ। ਸਾਡੇ ਵਾਸਤੇ ਬੜੇ ਦੁੱਖ ਵੀ ਸਹਿੰਦੇ ਹਨ, ਲੋਕਾਂ ਦੇ ਤਾਨੇ ਮਿਹਣੇ ਵੀ ਸਹਿੰਦੇ ਹਨ। ਲੇਕਿਨ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਵੀ ਤੁਹਾਡੀ ਕੋਈ ਸਹਾਇਤਾ ਨਹੀਂ ਕਰ ਸਕਦੇ, ਕੋਈ ਮਦਦ ਨਹੀਂ ਕਰ ਸਕਦੇ। ਸਾਡੇ ਬਾਲ ਬੱਚੇ ਸਾਡੇ ਜ਼ਰੀਏ ਪੈਦਾ ਹੋ ਸਕਦੇ ਹਨ, ਸਾਡੇ ਬਣ ਨਹੀਂ ਸਕਦੇ।
ਨਾ ਅਸੀਂ ਕਦੇ ਉਹਨਾਂ ਦੇ ਬਣ ਸਕਦੇ ਹਾਂ। ਉਹਨਾਂ ਦੀ ਆਪਣੀ ਪ੍ਰਲਬਤ ਹੈ, ਅਸੀਂ ਆਪਣੀ ਇੱਥੇ ਆ ਕੇ ਪ੍ਰਲਬਤ ਭੁਗਤਦੇ ਹਾਂ। ਉਹਨਾਂ ਨੇ ਆਪਣੇ ਵਕਤ 'ਤੇ ਆ ਕੇ ਚਲੇ ਜਾਣਾ ਹੈ, ਸਾਨੂੰ ਆਪਣੇ ਵਕਤ 'ਤੇ ਜਾਣਾ ਪੈਂਦਾ ਹੈ। ਜਦੋਂ ਪਿਛਲੇ ਜਨਮਾਂ ਦੇ ਰਿਸ਼ਤੇਦਾਰਾਂ ਨੂੰ ਭੁੱਲੇ ਬੈਠੇ ਹਾਂ, ਜਿਨ੍ਹਾਂ ਵਾਸਤੇ ਹੁਣ ਭਟਕਦੇ ਫਿਰਦੇ ਹਾਂ, ਤੜਫਦੇ ਫਿਰਦੇ ਹਾਂ, ਇਹਨਾਂ ਨੂੰ ਕੌਣ ਯਾਦ ਰੱਖਣ ਲੱਗਾ ਹੈ। ਇਸ ਵਾਸਤੇ ਆਪ ਖਬਰਦਾਰ ਕਰਦੇ ਹਨ। ਅਸੀਂ ਆਪਣੇ ਵੱਲੋਂ ਇਹਨਾਂ ਨੂੰ ਸੁੱਖ ਦਾ ਕਾਰਨ ਸਮਝੀ ਬੈਠੇ ਹਾਂ। ਜਿਤਨਾ ਇਹਨਾਂ ਅੰਦਰ ਵੜ ਕੇ ਸੁੱਖ ਢੂੰਡਣ ਦੀ ਕੋਸ਼ਿਸ਼ ਕਰਦੇ ਹਾਂ, ਉਤਨੇ ਦਿਨ ਰਾਤ ਇਹਨਾਂ 'ਚੋਂ ਦੁੱਖ ਔਰ ਮੁਸੀਬਤਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਹਨ। तिरिया सोत तान ताम बड़ाई, यह सुख फिर दुख मूल दिखाए। या से बचो गोह गोर सरना, सत्संग में तुम बैठो जाए। स्वामी जी फरमाउंदे हन, अगर तुसी दुनिया की असलीयत का पता करना चाहते हो, अपने असल का पता करना चाहते हो, थानू किसी मालिक दे भगत की संगत करनी चाहिए है, सोबत करनी चाहिए है। उन्हां दी संगत विच या सत्संग विच या सोबत विच जाके पता लगता है कि साडा इन्हां नाल की रिश्ता है, किस तरह लेने देने का संबंध है, किस तरह साडा इन्हां नाल गर्जां दा प्यार है, किस तरह इन्हां विच रहिंदे होए भी इन्हां दे मोह विच नहीं फसना, इन्हां दे प्यार विच नहीं फसना। लेने देने का हिसाब भी देना है। जिस परपज़ और मकसद वास्ते परमात्मा ने दुनिया में भेजना है, असी उसनों भी देह विच बैठ के पूरा करना है। हर चीज़ की जिहड़ी सोझी है, समझ है, वो गुरमुखां दे सत्संग में जाके आउंदी है। क्योंकि साडा मन संगत दा और सोबत दा बहुत जल्दी असर लैंदा है। तुसी देख लो, चोरां दी संगत करो, चोरी करन दी आदत पैदा हो जाएगी। शराबियां कोल बैठो, जुआरियां कोल बैठो, जुआ खेलन दी, शराब पीण दी आदत पैदा हो जाएगी। अगर मालिक दे भगतां और प्यारियां दी आपां संगत और सोबत करदे हां, वो मालिक की भगती करते हैं, उन्होंने देख के खुद ब खुद साडा मन मालिक की भगती तरफ चले जाता है। इसे वास्ते गुरु नानक साहब ने कहा सी, जैसे जल में कबल नरालो मुरगाई निशाने, सुरत शब्द पव सागर तरिए नानक नाम बखाने। जिस तरह मरगाबी पानी विच रहिंदी है, जदों उड़दी है खुश्क परां नाल उड़ जाती है। कमल के फुल दियां जड़ा पानी के अंदर होंदियां हन, फुल पानी तो बाहर रहिंदा है। इसी तरह महात्मा की संगत और सोबत में जाके पता लगता है कि असी भी अपनी सुरत नूं अंदरों शब्द के नाल जोड़ के ऐस भव सागर तो पार हो सकते हैं। हजूर फरमाया करते सन कि शहद की मक्खी अगर एक शहद के किनारे ते बैठती है, शहद की लज्जत भी खा जाती है, खुश्क परां नाल उड़ भी जाती है। अगर वो शहद के दरमियान विच बैठने की कोशिश करती है, पर लिबड़ जाते हैं, शहद तक ही खाना है, तड़प तड़प के उत्थे ही जान निकल जाती है। इसी तरह ये जिहड़ा शहद के किनारे ते बैठ के वो शहद खाण की जिहड़ी सानू आदत पैनी है, ये गुरमुखां की संगत में जाके पता लगता है, गुरमुखां की सोबत में जाके पता लगता है। इस वास्ते स्वामी जी महाराज कहते हैं, अगर तुसी दुनिया में आके लेने देने का हिसाब खत्म करना चाहते हो और अपना इंसान के जामे विच बहन का कोई फायदा उठाना चाहते हो, थानू की करना चाहिए है, किसी गुरमुख की संगत करनी चाहिए है। इसे वास्ते गुरु साहब ने कहा सी, जिनके बंधन काटे सतगुण तिन साध संगत लिबलाई। जिन्हां जिन्हां जीवां नूं महात्मा परमात्मा की भगती विच लगाउणा चाहुंदे हैं, देह दे बंधनां तो छुड़ाउणा चाहुंदे हैं, सब तो पहला उन्हां नूं अपने सत्संग विच लिआउंदे हैं, संगत विच लिआउंदे हैं, सोबत विच लिआउंदे हैं। क्योंकि जो भी दुनिया की असलीयत है, लेने देने का हिसाब है, गर्दां दा प्यार है, वो महात्मा के सत्संग विच आके हर चीज़ की सोझी और समझ साडे मन विच आउंदी है। या से बचो गोह गुर सरना, सत्संग में तुम बैठो जाए।
ये सब खेल रैन का सपना, मैं तुमको अब दिया जगाए। स्वामी जी सब कुछ समझा के आ फरमाਉਂਦੇ ਹਨ जो कुछ रचना दुनिया ਤੁਸੀਂ ਅੱਖਾਂ ਨਾਲ ਦੇਖਦੇ ਹੋ ਇਹਦੀ ਕੋਈ ਅਸਲੀਅਤ ਨਹੀਂ ਹੈ, ਇਹ ਰਾਤ ਦੇ ਸੁਪਨ ਦੀ ਤਰ੍ਹਾਂ ਹੈ। जिस वक्त सानू सुपना आउंदा है सानू हर चीज़ असल महसूस होती है। सुपनिया अंदर असी रोंदे भी हाँ, सुपनिया अंदर आपां हसदे भी हाँ। कदों पता लगता है ये सुपना सी और ये कोई भी असलीयत नहीं, जदों सुते हुए जाग पैंदे हाँ। वो 5-6 घंटे का सुपना हुंदा है, ये 60-70 साल का सुपना है। इस तरह स्वामी जी कहते इस दुनिया की भी कोई असलीयत नहीं है, इन्हें भी नाश हो जाना है, इन्हें भी फना हो जाना है। इसे वास्ते गुरु नानक साहब ने कहा सी हर बिन सब कुछ मैला संतो, मालिक दे बगैर सब मैल है, सब कूड़ है। रोगी सगल संसारा, गुरु साहब कहते सारी दुनिया रोगी है, सब ने नाश हो जाना है, सब ने फना हो जाना है। आसा दी वार विच आउंदा है कूड़ कूड़े न्यों लगा विसरिया करता, किस नाल कीजे दोस्ती सब जग चलन है। ये साडा जिस्म भी कूड़ है, अगे दसणगे जिस रचना और दुनिया के नाल आपां मोह और प्यार पाई बैठे हाँ, ये भी कूड़ है, इन्हें भी नाश हो जाना है, इन्हें भी फना हो जाना है। ये कूड़ हमेशा कूड़ दे ही मोह और प्यार विच फसिया होया है। जिहड़ा असल है ना उहदा पता है, ना उहदी तरफ साडा ख्याल है, उस परमात्मा नूं आपां भुल्ले बैठे हाँ। इस वास्ते स्वामी जी महाराज खबरदार करते हैं कि जिस दुनिया के मगर तुसी धन दौलत के मगर कौमां मजहबां के मगर रिश्तेदारां के मगर भटकते फिरते हो, तड़फते फिरते हो, हर एक ने थोड़ा साथ छड़ देना है। किसी ने थोड़ी सहायता नहीं करनी, किसी ने थोड़ी मदद नहीं करनी। इस वास्ते संतां महात्मा की संगत और सोबत विच आके असीं जन्मां जन्मां दे सुते हुए जागते हाँ। सानू असल का पता लगता है, जिन्हां ने नाश और फना हो जाना है, जिन्हां नाल लैणे देने का समझ रिश्ता है, गर्जां का प्यार है, उन्हां दी सानू असलीयत का पता लग जाता है। ये सब खेल रैन का सपना, मैं तुमको अब दिया जगाए। झूठी काया झूठी माया, झूठा मन जो रहा लुभाए। हुण स्वामी जी जरा खोल के समझाउंदे हैं, जितना भी साडा इस संसार दे नाल रिश्ता है, दुनिया नाल साडा अज तलक है, यह शरीर दे कारण है। जितना चर आपां शरीर विच बैठे हाँ, रिश्तेदार यार दोस्त भैन भाई भी अपने नज़र आउंदे हन। ये जायदादां कौम मज़हब मुल्क वगैरह हवेलियां सब अपनियां नज़र आउंदियां हन। जदों असीं शरीर का साथ छड्ड दिंदे हाँ, हर एक चीज़ तो आपां अलग हो के खड़े हो जाते हाँ। स्वामी जी समझाउंदे हन जिस देह दे कारण, शरीर दे कारण तुसीं इस रचना नूं अपना समझी बैठे हो, तुसीं सोच के देखिया है क्या ये शरीर तुहाडा है? ये तो काल का पिंजरा है, किराए का मकान है, पराया मकान है। किसी को 60-70 साल वास्ते मिलिया है, किसी को 80-90 साल वास्ते मिलिया है। जितने जितने श्वास मालिक ने बख्शे हैं, भुगतन तो बाद हर एक ने देह नूं इत्थे ही छड़ जाना है। ना अज तक कदे किसी ना गई है, ना जा सकती है। किसी की अग्नि दे सपुर्द होकर रह जाती है, किसी की मिट्टी दे सपुर्द होकर रह जाती है। हुण तुसीं सोच लो, अगर देह ही साडा साथ नहीं दिंदी, दुनिया अंदर होर किहड़ी चीज़ साडा साथ दिंदी है? सारी उम्र असी सब तो ज़्यादा इस देह दे हार श्रृंगार विच लगाउने हाँ, देह दे मोह और प्यार विच ही ज़ाया करते हाँ। इस दे सुख और आराम दे इस दे सुख और आराम विच खर्च करते हाँ। इनू अपनी बनाउण दी कोशिश विच खर्च करन लगे हुए हाँ। फिर भी ये साडी नहीं बन सकी और ना साडी बनती है। इस वास्ते महात्मा प्यार नाल समझाउंदे हैं, जो देह थोड़ी नहीं बनी और होर थोड़ा दुनिया विच इत्थे की बनेगा। तुसी देख लो, जिहड़े देह दे अंग हन, साडियां देह दीयां फैकल्टीज़ हन,
ਇਹ ਤਾਂ ਸਾਨੂੰ ਜੀਂਦੇ ਜੀ ਹੀ ਖਬਰਦਾਰ ਕਰਦੀਆਂ ਜਾ ਰਹੀਆਂ ਹਨ ਕਿ ਅਸੀਂ ਤੁਹਾਡਾ ਸਾਥ ਛੱਡਣ ਲੱਗੀਆਂ ਹਨ, ਖਬਰਦਾਰ ਕਰ ਰਹੀਆਂ ਹਨ। ਅੱਖਾਂ ਦੀ ਜੋਤ ਕਮ ਹੋ ਜਾਂਦੀ ਹੈ, ਨਜ਼ਰ ਆਉਣਾ ਆਹਿਸਤਾ ਆਹਿਸਤਾ ਬੰਦ ਹੋ ਜਾਂਦਾ ਹੈ, ਨੱਕ 'ਚੋਂ ਅੱਛੀ ਤਰ੍ਹਾਂ ਸਾਹ ਨਹੀਂ ਆਉਂਦਾ, ਗਲੇ 'ਚੋਂ ਬਲਗਮ ਬੰਦ ਨਹੀਂ ਹੁੰਦੀ, ਮੂੰਹ ਦੇ ਸਵਾਦ ਖਤਮ ਹੋ ਜਾਂਦੇ ਹਨ, ਪੇਟ ਖਾਣਾ ਹਜ਼ਮ ਨਹੀਂ ਕਰਦਾ, ਸਿਰ ਦੀ ਯਾਦਦਾਸ਼ਤ ਖਤਮ ਹੋ ਜਾਂਦੀ ਹੈ, ਗੋਡੇ ਸਾਡਾ ਜਿਸਮ ਪਹਾੜ ਨਹੀਂ, ਸਾਡਾ ਵਜ਼ਨ ਨਹੀਂ ਸਹਾਰਦੇ, ਲੱਤਾਂ ਘਸੀਟ ਘਸੀਟ ਕੇ ਸੜਕਾਂ 'ਤੇ ਆਪਾਂ ਚੱਲਦੇ ਹਾਂ। ਇਹ ਸਾਡੇ ਸਾਰੇ ਜਿਸਮ ਦੇ ਅੰਗ ਸਾਨੂੰ ਜਵਾਬ ਦੇਈ ਜਾਂਦੇ ਹਨ, ਇਹ ਖਬਰਦਾਰ ਕਰਦੇ ਹਨ ਕਿ ਅਸੀਂ ਤੇਰਾ ਹੁਣ ਸਾਥ ਛੱਡਣ ਲੱਗੇ ਹਾਂ। ਜੇ ਕੁਝ ਕਰਨਾ ਚਾਹੁੰਦਾ ਹੈ, ਹਾਲੇ ਵੀ ਮੌਕਾ ਹੈ, ਥੋੜਾ ਬਹੁਤ ਵਕਤ ਹੈ, ਆਪਣਾ ਕੁਝ ਬਣਾ ਲਾ। ਸਾਰੀ ਉਮਰ ਤਾਂ ਜਦੋਂ ਦੇਹ ਦੇ ਸਾਰੇ ਅੰਗ ਮੌਜੂਦ ਸੀ, ਇਹ ਤਾਂ ਤੂੰ ਗੈਰਾਂ ਵਿੱਚ ਖਰਚ ਕਰ ਦਿੱਤੇ, ਇਹ ਤਾਂ ਤੂੰ ਲੋਕਾਂ ਵਿੱਚ ਖਰਚ ਕਰ ਦਿੱਤੇ, ਇਹ ਲੋਕਾਂ ਨੂੰ ਆਪਣੇ ਬਣਾਉਣ ਵਿੱਚ ਖਰਚ ਕਰ ਦਿੱਤੇ, ਜਿਹੜੇ ਕਦੇ ਵੀ ਤੇਰੇ ਨਹੀਂ ਬਣ ਸਕੇ ਸੀ। ਲੇਕਿਨ ਹੁਣ ਜਿਹੜਾ ਥੋੜਾ ਬਹੁਤ ਤੇਰਾ ਵਕਤ ਰਹਿ ਗਿਆ ਹੈ, ਇਹ ਜਿਹੜੀ ਚੀਜ਼ ਤੇਰੀ ਆਪਣੀ ਹੈ ਔਰ ਆਪਣੀ ਬਣ ਸਕਦੀ ਹੈ, ਉਹਨੂੰ ਥੋੜਾ ਬਹੁਤ ਆਪਣੀ ਬਣਾਉਣ ਦੀ ਕੋਸ਼ਿਸ਼ ਕਰ। ਇਸ ਵਾਸਤੇ ਸਵਾਮੀ ਜੀ ਪਿਆਰ ਨਾਲ ਸਮਝਾਉਂਦੇ ਹਨ, ਇਹ ਜਿਹੜੀ ਦੇਹ ਹੈ ਇਹ ਸਾਡੀ, ਇਹ ਝੂਠੀ ਹੈ, ਔਰ ਜਿਹੜਾ ਦੁਨੀਆ ਦੀ ਧਨ ਦੌਲਤ ਹੈ ਇਹ ਮਾਇਆ ਹੈ। ਜੋ ਕੁਝ ਵੀ ਅੱਖਾਂ ਨਾਲ ਦੇਖਦੇ ਹਾਂ ਇਹ ਵੀ ਝੂਠਾ ਹੈ, ਇਹਨਾਂ ਜਾਇਦਾਦਾਂ ਨੇ ਵੀ ਚਲੇ ਜਾਣਾ ਹੈ। ਇਹ ਰਜਿਸਟਰੀਆਂ ਮਰਜ਼ ਕੀਤੀਆਂ ਸੀ ਜਿਹੜੀਆਂ ਸਾਡੇ ਨਾਂ ਬੋਲਦੀਆਂ ਹਨ, ਇਹ ਪਹਿਲਾਂ ਲੋਕਾਂ ਨਾਂ ਵੀ ਬੋਲਣ ਲੱਗੀਆਂ ਹੋਈਆਂ ਸਨ। ਇਹ ਜ਼ਮੀਨਾਂ ਦੇ ਇੰਤਕਾਲ ਜਿਹੜੇ ਸਾਡੇ ਨਾਂ ਚੜੇ ਹੋਏ ਹਨ, ਪਹਿਲਾਂ ਲੋਕਾਂ ਦੇ ਨਾਂ ਵੀ ਚੜੇ ਹੋਏ ਸਨ। ਅਸੀਂ ਆਪਣੇ ਬਜ਼ੁਰਗਾਂ ਦੇ ਨਾਂ ਨਹੀਂ ਰਹਿਣ ਦਿੱਤੇ, ਸਾਡੇ ਬੱਚਿਆਂ ਨੇ ਸਾਡੇ ਨਾਂ ਕਿੱਥੇ ਰਹਿਣ ਦੇਣੇ ਹਨ। ਸਵਾਂਸ ਵਾਲੇ ਪੂਰੇ ਨਹੀਂ ਹੁੰਦੇ, ਤਕਸੀਮ ਕਰਨ ਵਾਲੇ ਪਹਿਲਾਂ ਹੀ ਡੰਡੇ ਇੱਕ ਦੂਸਰੇ ਨੂੰ ਮਾਰੀ ਜਾਂਦੇ ਹਨ। ਇਸ ਵਾਸਤੇ ਆਪ ਫਰਮਾਉਂਦੇ ਹਨ, ਕਿੰਨਾ ਚੀਜ਼ਾਂ ਵਾਸਤੇ ਤੁਸੀਂ ਭਟਕਦੇ ਫਿਰਦੇ ਹੋ, ਕਿੰਨਾ ਚੀਜ਼ਾਂ ਵਾਸਤੇ ਤੜਫਦੇ ਫਿਰਦੇ ਹੋ। ਜੇ ਕਿਸੇ ਦਾ ਸਾਥ ਦਿੰਦੀਆਂ ਤੁਸੀਂ ਸੋਚ ਸਕਦੇ ਹੋ ਇਹ ਤੁਹਾਡੇ ਹਿੱਸੇ ਵਿੱਚ ਆਉਣੀਆਂ ਸੀ, ਲੋਕਾਂ ਨੇ ਪਹਿਲਾਂ ਹੀ ਬੁੱਕ ਕਰਕੇ ਹੀਰੇ ਜਵਾਹਰਾਤ ਜਾਇਦਾਦਾਂ ਆਪਣੇ ਨਾਲ ਭੇਜ ਦੇਣੀਆਂ ਸੀ। ਇਸ ਵਾਸਤੇ ਖਬਰਦਾਰ ਕਰਦੇ ਹਨ, ਜਿਹੜੀ ਤੁਹਾਡੀ ਆਪਣੀ ਜਾਇਦਾਦ ਹੈ, ਜਿਹੜੀ ਤੁਹਾਡੀ ਆਪਣੀ ਅਸਲ ਚੀਜ਼ ਹੈ, ਕਦੇ ਉਹਦੇ ਮੁਤਲਕ ਵੀ ਸੋਚੋ, ਕਦੇ ਉਹਨੂੰ ਵੀ ਆਪਣੀ ਬਣਾਉਣ ਦੀ ਕੋਸ਼ਿਸ਼ ਕਰੋ। ਜ਼ਿੰਦਗੀ ਦਾ ਜਿਹੜਾ ਅਸਲੀ ਹਿੱਸਾ ਹੈ ਉਹ ਤਾਂ ਅਸੀਂ ਨਾਸ਼ਵਾਨ ਔਰ ਫਨਾ ਚੀਜ਼ਾਂ ਨੂੰ ਆਪਣੇ ਬਣਾਉਣ ਵਿੱਚ ਗੁਜ਼ਾਰ ਦਿੰਦੇ ਹਾਂ। ਜਦੋਂ ਜ਼ਿੰਦਗੀ ਨਕਾਰਾ ਹੋ ਜਾਂਦੀ ਹੈ, ਬਾਲ ਬੱਚੇ ਵੀ ਗੱਲ ਕਰਨ ਨੂੰ ਤਿਆਰ ਨਹੀਂ ਹੁੰਦੇ, ਲੜਕੇ ਵੀ ਕਾਰੋਬਾਰ ਸਮਝ ਕੇ ਬੈਠ ਜਾਂਦੇ ਹਨ, ਗੌਰਮੈਂਟ ਵੀ ਰੱਦ ਕਰਕੇ ਪੈਨਸ਼ਨ ਦੇ ਕੇ ਘਰ ਭੇਜ ਦਿੰਦੀ ਹੈ, ਫਿਰ ਅਸੀਂ ਮਾਲਕ ਦੀ ਤਰਫ ਸੋਚਦੇ ਹਾਂ ਕਿ ਹੁਣ ਮਾਲਕ ਦੀ ਭਗਤੀ ਕਰ ਲਈਏ। ਸੋ ਉਸ ਉਮਰ ਦੇ ਅੰਦਰ ਆ ਕੇ ਭਗਤੀ ਵੀ ਤਾਂ ਮਾਲਕ ਦੀ ਸਾਡੇ ਕੋਲ ਵੈਸੀ ਹੀ ਹੋਣੀ ਹੈ। ਇਸ ਵਾਸਤੇ ਸਵਾਮੀ ਜੀ ਦਾ ਮਤਲਬ ਸਮਝਾਉਣ ਦਾ ਹੈ ਕਿ ਹੁਣ ਮੌਕਾ ਹੈ, ਇਸ ਵਕਤ ਤੋਂ ਫਾਇਦਾ ਉਠਾਓ। ਮਨ ਲੱਗੇ ਨਾ ਲੱਗੇ, ਫਰਜ਼ ਸਮਝ ਕੇ ਬੈਠੋ, ਡਿਊਟੀ ਸਮਝ ਕੇ ਬੈਠੋ। ਕੜੀ ਦੋ ਕੜੀ, ਘੰਟਾ ਦੋ ਘੰਟਾ, ਜੋ ਵੀ ਮਾਲਕ ਦੀ ਯਾਦ ਵਿੱਚ ਵਕਤ ਕੱਢਾਂਗੇ ਸਾਡੇ ਲੇਖੇ ਵਿੱਚ ਲਿਖਿਆ ਜਾਵੇਗਾ। ਔਰ ਫਿਰ ਕੋਈ ਮਾਲਕ ਦੀ ਭਗਤੀ ਵਾਸਤੇ ਖਾਸ ਵਕਤ ਨਹੀਂ ਹੈ। ਸੁਬਹ ਵਕਤ ਮਿਲਦਾ ਹੈ, ਸੁਬਹ ਭਜਨ ਬੈਠੋ, ਦੁਪਹਿਰ ਨੂੰ ਵਕਤ ਮਿਲਦਾ ਹੈ, ਦੁਪਹਿਰੇ ਬੈਠੋ, ਸ਼ਾਮ ਨੂੰ ਵਕਤ ਮਿਲਦਾ ਹੈ, ਸ਼ਾਮ ਨੂੰ ਬੈਠੋ। ਸੁਬਹ ਦੇ ਵਕਤ ਦੇ ਅੰਦਰ ਬਹੁਤ ਸਾਰੇ ਐਸੇ ਫਾਇਦੇ ਹਨ ਜਿਹੜੇ ਸਾਨੂੰ ਹੋਰ ਕਦੇ ਕਿਸੇ ਵਕਤ ਅੰਦਰ ਮਿਲ ਨਹੀਂ ਸਕਦੇ। ਸਭ ਤੋਂ ਪਹਿਲਾਂ ਸਾਡਾ ਜਿਸਮ ਬਿਲਕੁਲ ਫਰੈਸ਼ ਔਰ ਤਾਜ਼ਾ ਹੁੰਦਾ ਹੈ, ਪਿਛਲੇ ਦਿਨ ਦੀ ਥਕਾਵਟ ਵੀ ਦੂਰ ਹੋਈ ਹੁੰਦੀ ਹੈ, ਪਿਛਲੇ ਦਿਨ ਦੇ ਝਗੜੇ ਵੀ ਸਾਨੂੰ ਸਾਰੇ ਭੁੱਲੇ ਹੋਏ ਹੁੰਦੇ ਹਨ, ਬਾਲ ਬੱਚੇ ਵੀ ਘਰ ਦੇ ਅੰਦਰ ਸੁੱਤੇ ਹੋਏ ਹੁੰਦੇ ਹਨ, ਕਿਸੇ ਮਹਿਮਾਨ ਦੇ ਦਰਵਾਜ਼ਾ ਖੜਕਾਉਣ ਦਾ ਵੀ ਕੋਈ ਡਰ ਨਹੀਂ ਹੁੰਦਾ। ਔਰ ਫਿਰ ਜਦੋਂ ਸੁਬਹ ਇੱਕ ਦਿਨ ਸ਼ੁਰੂ ਕਰਨ ਲੱਗੇ ਹਾਂ, ਕਿਉਂ ਨਾ ਪਰਮਾਤਮਾ ਦਾ ਨਾਮ ਲੈ ਕੇ ਸ਼ੁਰੂ ਕੀਤਾ ਜਾਵੇ, ਤਾਂ ਕਿ ਉਹ ਜਿਹੜਾ ਸਰੂਰ ਔਰ ਖੁਸ਼ੀ ਹਾਸਲ ਕਰਦੇ ਹਾਂ ਭਜਨ ਦੇ ਵਿੱਚ ਬੈਠ ਕੇ, ਉਹ ਸਾਰਾ ਦਿਨ ਸਾਡੇ ਸਾਥ ਰਹੇ। ਅਗਰ ਦੁਪਹਿਰੇ ਬੈਠਾਂਗੇ, ਬੀਬੀਆਂ ਨੇ ਘਰ ਦਾ ਕੰਮ ਕਾਜ ਕਰਨਾ ਹੈ, ਕਿਸੇ ਨੇ ਦਫ਼ਤਰ ਵਿੱਚ ਜਾਣਾ ਹੈ, ਕਿਸੇ ਨੇ ਦੁਕਾਨ ਖੋਲ੍ਹਣੀ ਹੈ, ਕਿਸੇ ਨੇ ਜ਼ਿਮੀਂਦਾਰਾ ਕੰਮ ਕਰਨਾ ਹੈ, ਉਹ ਵਕਤ ਹੀ ਕਿਸੇ ਨੂੰ ਮਰਜ਼ੀ ਦੇ ਮੁਤਾਬਕ ਨਹੀਂ ਮਿਲ ਸਕਦਾ। ਸ਼ਾਮ ਨੂੰ ਭਜਨ ਕਰਦੇ ਹਾਂ, ਸਾਰਾ ਦਿਨ ਕੰਮ ਕਰਕੇ ਜਿਸਮ ਹੀ ਥੱਕ ਜਾਂਦਾ ਹੈ ਔਰ ਜਲਦੀ ਨੀਂਦ ਆ ਜਾਂਦੀ ਹੈ। ਸਾਰੇ ਦਿਨ ਦੇ ਝਗੜੇ ਅੱਖਾਂ ਅੱਗੇ ਆ ਕੇ ਫਿਰਨੇ ਸ਼ੁਰੂ ਕਰ ਦਿੰਦੇ ਹਨ। ਜੋ ਸੁਬਹ ਘੰਟੇ ਡੇਢ ਘੰਟੇ ਅੰਦਰ ਕੰਮ ਬਣਦਾ ਹੈ, ਸ਼ਾਮ ਨੂੰ 4-5 ਘੰਟੇ ਚਾਹੀਦੇ ਹਨ। ਇਤਨਾ ਸਮੇਂ ਔਰ ਵਕਤ ਕਿਸ ਦੇ ਕੋਲ ਹੁੰਦਾ ਹੈ? ਇਸ ਵਾਸਤੇ ਮਹਾਤਮਾ ਸੁਬਹ ਦੇ ਵਕਤ ਨੂੰ ਅੰਮ੍ਰਿਤ ਵੇਲਾ ਕਹਿੰਦੇ ਹਨ। ਇਸ ਦਾ ਇਹ ਮਤਲਬ ਨਹੀਂ ਹੈ ਕਿ ਹੋਰ ਕੋਈ ਮਾਲਕ ਦੀ ਭਗਤੀ ਕਰਨ ਦਾ ਵਕਤ ਹੀ ਨਹੀਂ ਹੈ। ਜੋ ਵੀ ਵਕਤ ਮਾਲਕ ਦੀ ਭਗਤੀ ਕਰਨ ਵਾਸਤੇ ਕੱਢਾਂਗੇ ਉਹ ਸਾਡੇ ਲੇਖੇ ਵਿੱਚ ਲਿਖਿਆ ਜਾਣਾ ਹੈ।
ਉਸ ਦਾ ਫਾਇਦਾ ਸਾਨੂੰ ਜ਼ਰੂਰ ਪ੍ਰਾਪਤ ਹੋਣਾ ਹੈ। ਇਸ ਵਾਸਤੇ स्वामी जी कहते हैं भी नाशवान और फना चीज़ा मगर भटकदे और तड़फदे ना फिरो, इस देह तो मौका फायदा उठा के कुछ अपनी बनाने का भी कोशिश करो। झूठी काया झूठी माया, झूठा मन जो रहा लुभाए। सतसंग सच्चा सतगुर सच्चा, नाम सच्चाई क्या कहूँगा। पीछे आपने क्या सी, देह भी झूठी है, दुनिया की धन दौलत भी झूठा है, मन भी झूठा है। मन क्यों झूठा है? एक काल का एजेंट है। काल नहीं चाहता कोई भी जीव इस दे दायरे चों निकल के वापस जाके परमात्मा नाल मिल सके। हजूर फरमाया करते सन कि मन एक जीव दे दुनिया में रखने वास्ते पूरी पूरी लड़ाई लेंदा है। ये मन ही तो है जिहड़ा दुनिया के मोह और प्यार में फस के सानू बार बार इस 84 के जेल खाने का कैदी बनाया बैठा है। अगर साडा दुनिया में कोई दुश्मन है वो साडा अपना मन है। इसी वास्ते स्वामी जी ने कहा सी, जिन्होंने मार मन डाला उन्हीं को सूरमा कहना। बड़ा बैरी ये मन घट में इसी का जीतना कठना। दुनिया के अंदर बड़े बड़े सूरमे बहादुर लोग इस दुनिया अंदर आए हैं, जिन्होंने अपने रिश्तेदारों की खातर, कुनबे की खातर, मुल्कों की खातर, कौमां मजहबां की खातर जाना तक अपनी कुर्बान कर दित्तियां। लेकिन आप कहते उन्होंने तो भी वड्डा एक सूरमा और बहादुर है जिहड़ा अपने नफस ते काबू पा लेंदा है, मन ते काबू पा लेंदा है। इसे वास्ते गुरु साहब ने कहा सी, मन जीते जग जीत। भरावा अगर तू मन नूं जित लवेगा तू तो सारी दुनिया दे बनाउण वाले नूं जित लवेगा। और ये दुश्मन ऐसा है कि जिहड़ा साडे शरीर दे अंदर बैठा होया है। पता नहीं किहड़े वेले उंगलियां ते टिकाउणा, ये किहड़े वेले उंगलियां ते टपाउणा शुरू कर देना है। कदे दुश्मन बन के डराउणा शुरू कर दिंदा है, कदे दोस्त बन के गुमराह कर दिंदा है। इस वास्ते अगर असी लड़ाई करनी है, असी अपने मन दे नाल लड़ाई करनी है। इस वास्ते स्वामी जी महाराज सानू खबरदार करते हैं कि सब तो पहला तुसी अपने नफस नू काबू करने की कोशिश करो। ये अखां पिछों उतर के इंद्रियां दे भोगां दा गुलाम बनिया बैठा है। जिहड़ी इंद्री चाहुंदी है इनू अपने काट ते खिंच के ले जाती है, और जो जो कर्म इन्हां इंद्रियां दे भोगां दा गुलाम होके कर बैठता है उन्हां दा नतीजा साथ साथ साडी आत्मा नू देना पैंदा है। इस वास्ते आप कहते अगर दुश्मन का मुकाबला करना है तो मन का मुकाबला करो। अगर दुश्मन बाहर होवे असी उरे कई किस्म के उपाव कर सकते हाँ उस तो बचन वास्ते। तोपां दे पहरे लगा देवांगे, लुक के बैठ जावांगे। लेकिन दुश्मन ही कैसा है, अंदरों पता नहीं किहड़े वेले धोखा इसने सानू दे देना है। इस वास्ते स्वामी जी कहते झूठा है, ये धोखा दिंदा है। जिहड़ियां चीज़ां ने नाश हो जाना है, फना हो जाना है, उन्होंने तो असल समझी बैठा है। जिहड़ा साडा असल है उस तरफ कदे साडा ध्यान ही नहीं जान दिंदा। अगर भुल्ले भटके असी मालिक की भगती वास्ते संतां महात्मा की संगत विच भी जाने हाँ, सोबत विच भी जाने हाँ, सानू उत्थे ख्वाहिशां लैके चले जाता है, उत्थे तृष्णा लैके चले जाता है। कदे पुत्र धीआं मंगण तुर पैंदा है, कदे दुनिया की धन दौलत मंगण तुर पैंदा है, कदे मुकदमे जितन वास्ते तुर पैंदा है। लेकिन जिस परपज और मकसद वास्ते असी संतां महात्मा को जाना चाहते सी, उस परपज और मकसद नूं साडा मन कदे अगे रखण ही नहीं दिंदा। ये वो बीज साडे कोलों बजाउंदा है जिन्हां दी फसल कट्टण वास्ते फिर सानू वापस इसे 84 दे जेल खाने विच आउणा पवे। हजूर महाराज जी तुलसी साहब जी महाराज की एक कहानी सुनाया करते सन कि जदों वो पभूतिया अपने पभूत वगैरह साधु वगैरह सी और एक जगह टिकते नहीं सी। पहला बहुत सारी तो उन्होंने लाइफ का पता ही नहीं है। आप कहते आप चलते चलते एक हलवाई की दुकान के अगों गुजर रहे सी। हलवाई ने क्या साधु बड़ा कोई अच्छा महात्मा नज़र आता है। उसने क्या महात्मा जी आओ तुसी दुध पी लो, मैनू सेवा का मौका दियो। तुलसी साहब उत्थे बैठ गए।
जिस वक्त तो हलवाई दुੱਧ छांट रहा सी, ठंडा कर रहा सी, उस हलवाई के मन में ख्याल होया कि मैं तुलसी साहब नूं दुੱਧ पियाउण लगा होया है, शायद मेरे ते दया मेहर करके मेरे कोई बच्चा पैदा हो जाए, लड़का पैदा हो जाए। लड़कियां ही लड़कियां पैदा हो रही हैं। जदों तुलसी साहब ने देखा, उठ के तुर पे। उन्हें कहा, महात्मा जी दुੱਧ तां पी जाओ। कहते मैं तो तेरे पहले बच्चे भी लैण वास्ते आया हाँ, तू मेरे को होर बच्चे मंगण लगा होया है। ये महंगा, ये सौदा बड़ा महंगा है। सो महात्मा सानू रचना चों कढ़ण वास्ते आउंदे हैं, रचना विच फसाउण वास्ते नहीं आउंदे। इस वास्ते सानू तो स्वामी जी महाराज कहते हैं, मन झूठा है, ये धोखा देने की कोशिश करता है, खाशा तृष्णा विच फसाई रखता है। और अगर भगती करते भी हाँ, बाहर मुखी कर देंदा है, कर्म कांड विच खिंच के लै जाता है। सरोवरों विच इशनान कर लो, जन्मां जन्मां दे पाप उतर जाणगे। ग्रंथां पोथियां दे भोग पवा लो, पढ़ लो, पढ़ा लो, सब पापां दा नाश हो जाएगा। बथेरा रुपया मालिक ने दिता है, मंदिर मस्जिद गुरुद्वारियां गिरजियां में जाके पुण्यदान कर लो, आपे मुक्ति हो जाएगी। सो ये सानू बाहर ही बाहर रखता है, कदे कन्न पड़वा दिंदा है, कदे जटां रखवा दिंदा है, कदे जिस्म ते पबूत लगा दिंदा है। इसे वास्ते गुरु नानक साहब ने कहा सी, पूजा करे सब लोग संतो मन मुख थाए न पाई। भगती तो सारे दुनिया के जी मालिक दी करते हैं, क्योंकि आत्मा की जिहड़ी कशिश है जरूर अपने असल की तरफ जोर मारती है। इस दे ताबे हो के सारे परमात्मा नूं ढूंढण लगे हुए हैं। सो स्वामी जी कहते, ये पूजा थाए ना पाई, ये जिहड़ा तुसीं मन दे मगर लग के भगती करते हो, ये भगती तो कदे भी तुहानूं तुहाडे टिकाणे ते नहीं पहुँचाउंदी। असीं तां महात्मा दीयां खड़ावां नूं मत्था टेकना मुक्ति समझ लैंदे हां, उन्हां दीयां समाधां ते मत्थे घसाउणे मुक्ति समझ लैंदे हां, उन्हां दीयां तस्वीरां या बुत बना के पूजना मुक्ति समझ लैंदे हां, मंजियां दे पावे कुटदे हां, खूहां दे पानी पीना मुक्ति समझ लैंदे हां, मकानां दे चक्कर मारने मुक्ति समझ लेंदे हां। जो महात्मा सारी जिंदगी जिस सुरत शब्द के अभ्यास का प्रचार करते रहे हैं, जिस नाम की ठोक ठोक के महात्मा ने प्रचार किया, उस तरफ साडा मन कदे जान ही नहीं दिंदा। पहली पातशाही ने कहा सी, नामे तुलना पुजी सब डिठी ठोक बजा के। आप कहते नाम भगती का मैं ठोक वजा के जाती तजर्बा थानू समझाउना हाँ, कोई चीज़ कदे नाम भगती का मुकाबला नहीं कर सकती। गुरु नानक साहब की बाणी है, नाम वसार चले अनमार्ग अंत काल पछताई है। नाम की कमाई करन दा तरीका छड़ के जेड़े भी रस्ते ते चलण की कोशिश करोगे, अखीर थानू मालिक अखीर मौत दे वेले पछताउणा पवेगा। बिन नामे दर टोई नाही ता जम करे खवारी। नाम की कमाई तो बगैर तो कोई मालिक के घर पहुँच ही नहीं सकता, जमदूतां तो खराब होना पैंदा है। गुरु साहब कहते, नाम बिन नामे होर पूज ना होई परम पुली लोकाही। मालिक की भगती तो बगैर तो मालिक, नाम की कमाई तो बगैर तो मालिक की कोई भगती ही नहीं है, मालिक की कोई पूजा ही नहीं है। हुण तुसी देख लो कितने का आपां नाम की कमाई करते हाँ। असी तो शॉर्टकट ढूंढते हाँ कि बाहर दीयां चीज़ां नाल ही असी मुक्ति हासिल करके बैठ जावांगे। इस वास्ते स्वामी जी महाराज साढ़े ते तरस खाते हैं। ये मन है जिहड़ा सानू धोखा दिंदा है, किसी न किसी चक्कर च पाई रखता है, बाहर मुखी साधना में लगाई रखता है। इस वास्ते ये झूठा है। सतसंग सच्चा सतगुर सच्चा, नाम सच्चाई क्या कहूँगा। हुण ये दस के कि साडा शरीर झूठी है, ये माया जो कुछ दुनिया की रचना झूठी है, मन झूठा है, सच्चियां किहड़ियां चीज़ां हैं। सब तो पहला कहते नाम सच्चा है, क्योंकि उस नाम ने दुनिया की रचना पैदा की है। उस दे आधार खंड ब्रह्मंड खड़े हैं। जो कुछ असी दुनिया अंदर अखां नाल देखते हैं, सब ने नाश हो जाना है, सब ने फना हो जाना है। लेकिन इसनूं पैदा करने वाली जिहड़ी क्रिएटिव पावर है, वो कदे नाश नहीं हुंदी, वो कदे फना नहीं हुंदी। इसे वास्ते गुरु नानक साहब ने कहा सी, नामे ही ते सब कुछ हुआ। नाम ने ही सारी दुनिया की रचना पैदा की है।
ਆਪ ਫਰਮਾਉਂਦੇ ਖੋਜਤ ਖੋਜਤ ਖੋਜਿਆ ਨਾਮ ਬਿਨਾ ਸਭ ਕੂੜ। ਅਸੀਂ ਖੋਜ ਖੋਜ ਕੇ ਰਿਸਰਚ ਕਰ ਕਰਕੇ ਗੁਰੂ ਨਾਨਕ ਸਾਹਿਬ ਕਹਿੰਦੇ ਇਸ ਨੁਕਤੇ ਔਰ ਪੁਆਇੰਟ ਤੇ ਪਹੁੰਚੇ ਹਾਂ, ਉਸ ਨਾਮ ਤੋਂ ਬਗੈਰ ਸਭ ਕੂੜ ਹੈ, ਸਭ ਨੇ ਨਾਸ਼ ਹੋ ਜਾਣਾ ਹੈ, ਸਭ ਨੇ ਫਨਾ ਹੋ ਜਾਣਾ ਹੈ। ਸੋ ਜਿਹੜੀ ਚੀਜ਼ ਕਦੇ ਨਾਸ਼ ਨਹੀਂ ਹੁੰਦੀ, ਜਿਸ ਨੇ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ, ਜਿਸ ਦੇ ਆਧਾਰ ਖੰਡ ਬ੍ਰਹਿਮੰਡ ਖੜੇ ਹਨ, ਉਹ ਮਹਾਤਮਾ ਕਹਿੰਦੇ ਨਾਮ ਹੈ। ਇਹ ਜਿਤਨੇ ਵੀ ਆਪਣੇ ਮਜ਼ਹਬ ਹਨ, ਮੈਂ ਹਮੇਸ਼ਾ ਅਰਜ਼ ਕਰਦਾ ਹਾਂ, ਇਹਨਾਂ ਦੇ ਰਸਮੋ ਰਿਵਾਜ ਜ਼ਰੂਰ ਆਪੋ ਆਪਣੇ ਹਨ, ਕਿਉਂਕਿ ਸਾਡੇ ਪੈਦਾ ਕੀਤੇ ਹੋਏ ਹਨ। ਲੇਕਿਨ ਜਿਹੜੀ ਅਸਲੀਅਤ ਹੈ, ਹਕੀਕਤ ਹੈ, ਐਸੈਂਸ ਆਫ ਟਰੁਥ ਹੈ, ਬੇਸ ਆਫ ਸਪਿਰਚੁਅਲਿਟੀ ਹੈ, ਉਹ ਹਰ ਇੱਕ ਮਜ਼ਹਬ ਦੀ ਤਹਿ ਦੇ ਅੰਦਰ ਇੱਕੋ ਚੀਜ਼ ਹੈ। ਉਸੇ ਨੂੰ ਗੁਰੂ ਘਰ ਨੇ ਨਾਮ ਕਿਹਾ ਹੈ। ਕੋਈ ਉਹਨੂੰ ਸ਼ਬਦ ਕਹਿ ਦਿੰਦਾ ਹੈ, ਕੋਈ ਆਕਾਸ਼ ਬਾਣੀ ਕਹਿ ਦਿੰਦਾ ਹੈ, ਕੋਈ ਰਾਮ ਨਾਮ ਕਹਿ ਦਿੰਦਾ ਹੈ, ਕੋਈ ਰਾਮ ਧੁਨ ਕਹਿ ਦਿੰਦਾ ਹੈ, ਕੋਈ ਨਿਰਮਲ ਨਾਦ ਕਹਿ ਦਿੰਦਾ ਹੈ, ਕੋਈ ਸਪਿਰਿਟ ਕਹਿ ਦਿੰਦਾ ਹੈ, ਕੋਈ ਹੋਲੀ ਗੋਸਟ ਕਹਿ ਦਿੰਦਾ ਹੈ, ਕੋਈ ਨੇਮ ਕਹਿ ਦਿੰਦਾ ਹੈ, ਕੋਈ ਵਰਡ ਕਹਿ ਦਿੰਦਾ ਹੈ। ਲਫ਼ਜ਼ਾਂ ਦੇ ਬਹਿਸ ਮਬਾਸੇ ਵਿੱਚ ਨਹੀਂ ਫਸਣਾ ਚਾਹੀਦਾ। ਅਸੀਂ ਤਾਂ ਉਸ ਚੀਜ਼ ਦੀ ਖੋਜ ਕਰਨੀ ਹੈ ਜਿਹਨੇ ਕਦੇ ਨਾਸ਼ ਨਹੀਂ ਹੋਣਾ, ਕਦੇ ਫਨਾ ਨਹੀਂ ਹੋਣਾ। ਇਸੇ ਵਾਸਤੇ ਸਵਾਮੀ ਜੀ ਖੋਲ ਕੇ ਸਮਝਾਉਂਦੇ ਹਨ ਕਿ ਨਾਮ ਦੋ ਕਿਸਮ ਦਾ ਹੈ। ਇੱਕ ਵਰਣਾਤਮਿਕ ਨਾਮ ਹਨ, ਇੱਕ ਤੁਲਨਾਤਮਿਕ ਨਾਮ ਹੈ। ਵਰਣਾਤਮਿਕ ਉਹ ਨਾਮ ਹੈ ਜਿਹੜਾ ਕਿ ਲਿਖਣ ਵਿੱਚ ਆਉਂਦਾ ਹੈ, ਪੜ੍ਹਨ ਵਿੱਚ ਆਉਂਦਾ ਹੈ, ਬੋਲਣ ਵਿੱਚ ਆਉਂਦਾ ਹੈ। ਜਿਤਨੇ ਵੀ ਆਪੋ ਆਪਣੇ ਪਿਆਰ ਵਿੱਚ ਆ ਕੇ ਆਪਾਂ ਪਰਮਾਤਮਾ ਦੇ ਨਾਮ ਰੱਖੀ ਬੈਠੇ ਹਾਂ, ਸਭ ਲਿਖਣ ਵਿੱਚ ਆ ਜਾਂਦੇ ਹਨ, ਪੜ੍ਹਨ ਵਿੱਚ ਆ ਜਾਂਦੇ ਹਨ, ਬੋਲਣ ਵਿੱਚ ਆ ਜਾਂਦੇ ਹਨ। ਦੇਖ ਲਓ ਕਿਤਨੇ ਮੁਲਕ ਹਨ, ਇੱਕ ਇੱਕ ਮੁਲਕ ਦੀਆਂ ਕਿਤਨੀਆਂ ਕਿਤਨੀਆਂ ਜ਼ਬਾਨਾਂ ਹਨ। ਇੱਕ ਇੱਕ ਜ਼ਬਾਨ ਦੇ ਅੰਦਰ ਕਿਤਨੇ ਲਫ਼ਜ਼ਾਂ ਨਾਲ ਪਰਮਾਤਮਾ ਨੂੰ ਯਾਦ ਕਰਦੇ ਹਾਂ। ਮਾਤਾ ਆਪਣੇ ਬੱਚੇ ਨੂੰ ਕਿਤਨੇ ਲਫ਼ਜ਼ਾਂ ਨਾਲ ਯਾਦ ਕਰਦੀ ਹੈ, ਲੇਕਿਨ ਮਾਂ ਦਾ ਜਿਹੜਾ ਬੱਚੇ ਨਾਲ ਰਿਸ਼ਤਾ ਹੈ, ਲਫ਼ਜ਼ਾਂ ਦਾ ਰਿਸ਼ਤਾ ਨਹੀਂ ਹੈ, ਕੇਵਲ ਭਗਤੀ ਔਰ ਪਿਆਰ ਦਾ ਰਿਸ਼ਤਾ ਹੁੰਦਾ ਹੈ। ਉਹ ਜਿਹੜੀ ਭਗਤੀ ਹੈ, ਉਹ ਜਿਹੜਾ ਪਿਆਰ ਹੈ, ਜਿਹਨੂੰ ਲਫ਼ਜ਼ ਐਕਸਪ੍ਰੈਸ ਕਰਦੇ ਹਨ, ਜ਼ਾਹਰ ਕਰਦੇ ਹਨ, ਉਹਨੂੰ ਮਹਾਤਮਾ ਸਵਾਮੀ ਜੀ ਤੁਲਨਾਤਮਿਕ ਨਾਮ ਕਹਿੰਦੇ ਹਨ। ਗੁਰੂ ਨਾਨਕ ਸਾਹਿਬ ਨੂੰ ਸੱਚਾ ਨਾਮ ਕਹਿ ਕੇ ਯਾਦ ਕਰਦੇ ਹਨ। ਆਮ ਮਹਾਤਮਾ ਨੇ ਸੱਚਾ ਸ਼ਬਦ ਔਰ ਸੱਚਾ ਨਾਮ ਕਹਿ ਕੇ ਬਿਆਨ ਕੀਤਾ ਹੈ, ਕਿਉਂਕਿ ਉਹ ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ, ਜ਼ਬਾਨ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ, ਕੰਨਾਂ ਨਾਲ ਸੁਣਿਆ ਨਹੀਂ ਜਾ ਸਕਦਾ। ਇਸੇ ਵਾਸਤੇ ਕ੍ਰਾਈਸਟ ਨੇ ਕਿਹਾ ਸੀ, ਹੈਵਿੰਗ ਆਈਜ਼ ਯੂ ਸੀ ਨਾਟ, ਹੈਵਿੰਗ ਈਅਰਜ਼ ਯੂ ਹੀਅਰ ਨਾਟ। ਅੱਖਾਂ ਹੋਣ ਦੇ ਬਾਵਜੂਦ ਤੁਸੀਂ ਉਹਨੂੰ ਦੇਖ ਨਹੀਂ ਸਕਦੇ, ਕੰਨ ਹੋਣ ਦੇ ਬਾਵਜੂਦ ਤੁਸੀਂ ਉਹਨੂੰ ਸੁਣ ਨਹੀਂ ਸਕਦੇ। ਦੂਸਰੀ ਪਾਤਸ਼ਾਹੀ ਦੀ ਬਾਣੀ ਹੈ, ਅੱਖਾਂ ਵਾਜੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ, ਜੀਭੇ ਬਾਝੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤਿਉਂ ਖਸਮੇ ਮਿਲਣਾ। ਤੁਸੀਂ ਉਸ ਹੁਕਮ ਸ਼ਬਦ ਜਾਂ ਨਾਮ ਨੂੰ ਪਕੜ ਕੇ ਆਪਣੇ ਖਸਮ ਕੇ ਪਰਮਾਤਮਾ ਨੂੰ ਮਿਲੋਗੇ, ਜਿਹਨੂੰ ਤੁਹਾਡੀਆਂ ਆਹ ਅੱਖਾਂ ਕਦੇ ਨਹੀਂ ਦੇਖ ਸਕਦੀਆਂ, ਆਹ ਕੰਨ ਕਦੇ ਨਹੀਂ ਸੁਣ ਸਕਦੇ, ਜ਼ਬਾਨ ਕਦੇ ਨਹੀਂ ਬਿਆਨ ਕਰ ਸਕਦੀ, ਹੱਥ ਕਦੇ ਨਹੀਂ ਲਿਖ ਸਕਦੇ, ਪੈਰ ਕਦੇ ਨਹੀਂ ਲੈ ਕੇ ਪਹੁੰਚ ਸਕਦੇ। ਜਿਸ ਚੀਜ਼ ਨੂੰ ਤੁਸੀਂ ਜੀਂਦੇ ਜੀ ਮਰ ਕੇ ਹਾਸਲ ਕਰ ਸਕਦੇ ਹੋ। ਜੀਂਦੇ ਜੀ ਮਰਨ ਦਾ ਮਤਲਬ ਕਿ ਜਿਸ ਚੀਜ਼ ਨੂੰ ਨੌਂ ਦੁਆਰਿਆਂ 'ਚੋਂ ਕੱਢ ਕੇ ਅੱਖਾਂ ਪਿੱਛੇ ਲਿਆ ਕੇ ਹਾਸਲ ਕਰ ਸਕਦੇ ਹੋ। ਇਸ ਵਾਸਤੇ ਸਵਾਮੀ ਜੀ ਕਹਿੰਦੇ ਉਹ ਨਾਮ ਸੱਚਾ ਹੈ, ਕਿਉਂਕਿ ਉਹ ਲਿਖਣ ਵਿੱਚ ਨਹੀਂ ਆਉਂਦਾ, ਪੜ੍ਹਨ ਵਿੱਚ ਨਹੀਂ ਆਉਂਦਾ, ਬੋਲਣ ਵਿੱਚ ਨਹੀਂ ਆਉਂਦਾ। ਉਹਨੇ ਕਦੇ ਨਾਸ਼ ਨਹੀਂ ਹੋਣਾ, ਉਹਨੇ ਕਦੇ ਫਨਾ ਨਹੀਂ ਹੋਣਾ। ਹੋਰ ਕੀ ਸੱਚਾ ਹੈ? ਸੰਤ ਮਹਾਤਮਾ ਸੱਚੇ ਹਨ, ਕਿਉਂਕਿ ਉਹ ਸ਼ਬਦ ਔਰ ਨਾਮ ਦੇ ਵਿੱਚੋਂ ਆਉਂਦੇ ਹਨ, ਸ਼ਬਦ ਔਰ ਨਾਮ ਦਾ ਪ੍ਰਚਾਰ ਕਰਦੇ ਹਨ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਨਿਸ਼ਚਲ ਏਕ ਆਪ ਅਬਨਾਸ਼ੀ, ਸੋ ਨਿਸ਼ਚਲ ਜੋ ਤਿਸੇ ਧਿਆਇਂਦਾ। ਪਰਮਾਤਮਾ ਨਿਸ਼ਚਲ ਹੈ, ਪਰਮਾਤਮਾ ਕਦੇ ਮਰਨ ਜੰਮਣ ਦੇ ਦੁੱਖਾਂ ਵਿੱਚ ਨਹੀਂ ਆਉਂਦਾ। ਜਿਹੜੇ ਉਸ ਪਰਮਾਤਮਾ ਨਾਲ ਪਿਆਰ ਕਰਦੇ ਹਨ, ਉਸ ਨੂੰ ਧਿਆਉਂਦੇ ਹਨ, ਉਹ ਵੀ ਨਿਸ਼ਚਲ ਹੈ, ਉਹ ਵੀ ਕਦੇ ਮਰਨ ਜੰਮਣ ਦੇ ਦੁੱਖਾਂ ਵਿੱਚ ਨਹੀਂ ਆਉਂਦੇ। ਔਰ ਉਹਨਾਂ ਦਾ ਪਰਮਾਤਮਾ ਨਾਲ ਕੀ ਰਿਸ਼ਤਾ ਹੈ, ਉਹ ਕਿਉਂ ਨਿਸ਼ਚਲ ਹਨ? ਗੁਰੂ ਨਾਨਕ ਸਾਹਿਬ ਕਹਿੰਦੇ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਜਿਹੜੇ ਮਾਲਿਕ ਦੇ ਭਗਤ ਔਰ ਮਾਲਿਕ ਦੇ ਪਿਆਰੇ ਹੁੰਦੇ ਹਨ, ਉਹ ਮਾਲਿਕ ਦੀ ਭਗਤੀ ਕਰਕੇ ਮਾਲਿਕ ਦਾ ਰੂਪ ਹੋ ਜਾਂਦੇ ਹਨ। ਉਹਨਾਂ ਦੇ ਅੰਦਰ ਔਰ ਪਰਮਾਤਮਾ ਦੇ ਅੰਦਰ ਕੋਈ ਭਿੰਨ ਔਰ ਭੇਦ ਨਹੀਂ ਹੁੰਦਾ। ਉਹਨਾਂ ਦਾ ਪਰਮਾਤਮਾ ਨਾਲ ਕੀ ਤਲਕ ਹੈ? ਜਿਉਂ ਜਲ ਤਰੰਗ ਉੱਠੇ ਬਹੁ ਪਾਤੀ, ਫਿਰ ਸਰਲੇ ਸਰਲ ਸਮਾਏ।
दे अंदर 2-4 मिनट वास्ते एक लहर उठती है, लहर वापस जाके समुंदर विच ही समा जाती है। जो एक लहर का समुंदर दे नाल रिश्ता है वो मालिक दे भगतां और प्यारियां दा परमात्मा दे नाल रिश्ता हुंदा है। लहर कितनी भी उच्ची क्यों ना उठे, समुंदर तो कदे अलग नहीं हो सकती। संत महात्मा देह विच क्यों ना आ जान, दुनिया में साडे लैवल ते क्यों ना आ जान, फिर भी वो मालिक दे लैवल ते ही रहिंदे हैं। इसे वास्ते स्वामी जी ने कहा सी, राधा स्वामी तरा नर रूप जगत में गुर होए जीव चिताए। उस मालिक ने, कुल परमात्मा ने इंसान दे जामे विच आके दुनिया विच इत्थे सानू अपने मगर लाउण वास्ते, भगती और प्यार विच लाउण वास्ते इस इंसान दे जामे विच आए हैं। इसे वास्ते मौला अपने कहंदे हन, मौला आदमी बनाया कि वो परमात्मा इंसान का जामा पहन के आया है। क्राइस्ट ने कहा सी, आई एंड फादर आर वन, मैं और परमात्मा एको चीज़ हाँ, कोई फर्क नहीं है। और गुरु नानक साहब कहते गुरु परमेश्वर एक हो जान, कि गुरु नूं और परमात्मा नूं इको समझो, क्योंकि उसे सतनाम दे समुंदर दियां लहरां हुंदे हन। वो शब्द और नाम दे विच आउंदे हन, शब्द और नाम का प्रचार करते हैं, वापस जाके शब्द और नाम दे विच हमेशा वास्ते समा जाते हैं। इस वास्ते उन्हां दा जिहड़ा असली स्वरूप हुंदा है वो शब्द हुंदा है, वो नाम हुंदा है। साडा जिहड़ा असली गुरु है वो भी शब्द है, वो भी नाम है। परमात्मा का असली जिहड़ा स्वरूप है वो भी शब्द है, वो भी नाम है। क्राइस्ट ने कहा सी, वर्ड इज गॉड, ये जड़ा शब्द है इहो ही परमात्मा है। गुरु साहब ने कहा सी, वाहो वाहो बाणी निरंकार है। ये जिहड़ी बाणी है, शब्द है, नाम है, हुक्म है, इहो ही वो परमात्मा है। सो इस वास्ते महात्मा कहते गुरु भी साडा शब्द है, मालिक का रूप भी वो शब्द है। इस वास्ते असी गुरमुखां कोल जाने हाँ, साधु संतां महात्मा की संगत और सोबत करते हाँ। होर की सच्चा है, उन्हां दा सत्संग सच्चा है, क्योंकि उस सत्संग के जरिए साढ़े मन नूं वहमां भरमां संकल्पां चों कढ़दे हन, बाहर मुखी साधना चों कर्म कांड चों कढ़दे हन। सानू दुनिया की असलीयत समझाउंदे हन, दुनिया विच रहण दा तरीका और सलीका समझाउंदे हन, साडे ख्याल नूं अंदरों शब्द और नाम की तरफ लगाउंदे हन। इस वास्ते उन्हां दी संगत भी सच्ची है, उन्हां दा सत्संग भी सच्चा है, उन्हां दी सोबत भी सच्ची है। लेकिन ये किहड़े सत्संग की स्वामी जी महिमा करते हैं, जिथे केवल शब्द का प्रचार किया जाता है, जिथे केवल नाम का प्रचार किया जाता है। इसे वास्ते गुरु नानक साहब ने कहा सी, सतसंगत ताको जानिए जिथे इको नाम बखाणिए। भरावा सत्संग उसनों समझ जिथे एक शब्द सिर्फ नाम का प्रचार किया जाता है, जिथे पिछले गुजरे हुए राजे महाराजे दी कथा कहानियां पाईयां जांदियां हन, कौमां मसबां मुल्कां दे झगड़ियां दे गुण गाए जाते हैं, एक दूसरे के गले कट्टण दीयां स्कीमां सोचियां जांदियां हन, उहनूं महात्मा सत्संग नहीं कहंदे। महात्मा के सत्संग में केवल शब्द की महिमा होंदी है, किसी की निंदिया नहीं होंदी, किसी की चुगली नहीं होंदी। बुरी गल है कोई साडे अकल के मुताबिक मालिक की भगती नहीं करता, असी उन्होंने गालियां देना शुरू कर दईए, डंडे लैके डराउणा शुरू कर दईए। असी उन्होंने प्यार नाल समझाउणा है, देख बेटा इस रस्ते ते चल के सानू आ फायदा प्राप्त होया है, अगर तेरी अकल विच आउंदा है तो भी इस रस्ते ते चल सकता है। इसे वास्ते गुरु नानक साहब साढ़े वालों मालिक अगे प्रार्थना करते हैं, गोबिंद जियो सत संगत मेल हर ते आइए। ऐ परमात्मा अपने साधु संतां महात्मा की संगत दे, सोबत दे, सत्संग दे तेरा पता लगे, तेरी भगती तरफ साडा ख्याल जावे। सो महात्मा सत्संग की बड़ी महिमा करते हैं। वैसे तो वह 3-4 चीज़ां हैं हर शब्द के अंदर महात्मा ने बयान कीतियां हैं, सत्संग के अंदर समझाइया जांदियां हैं, लेकिन मन नूं ठोकर लगती रहे, मन नूं कोई समझाउंदा रहे तो थोड़ा बहुत दुनिया वालों मुड़ के मालिक की भगती विच लगता है। जरा भी ढिला छड़ दिए उन्होंने विषयां वकारां कौमां मजहबां मुल्कां दे झगड़ियां विच खिच के लै जाता है। इस वास्ते स्वामी जी कहते मालिक सच्चा है, मालिक दे भगत और प्यारे सच्चे हैं, उन्हां दी संगत और सोबत और सत्संग सच्चा है। सत्संग सच्चा सतगुर सच्चा, नाम सच्चाई क्या कहूँगा, मान बचन मेरा तू सजनी,
जन्म मरण तेरा छुट जाए। अगर संतां महात्मा ਦੀਆਂ ਦੋ ਨਸੀਹਤਾਂ ਮੰਨ ਲਿੱਤੀਆਂ ਜਾਣ, ਕਿਹੜੀਆਂ ਨਸੀਹਤਾਂ? ਪਹਿਲਾਂ ਆਪਨੇ ਸਮਝਾਇਆ ਸੀ ਕਿ ਇਹ ਦੇਹ ਝੂਠੀ ਹੈ, ਇਹ ਦੁਨੀਆ ਦੀ ਮਾਇਆ ਝੂਠੀ ਹੈ, ਮਨ ਝੂਠਾ ਹੈ। ਸੱਚੀ ਕੀ ਚੀਜ਼ ਹੈ? ਨਾਮ ਸੱਚਾ ਹੈ ਔਰ ਸਤਿਗੁਰ ਸੱਚੇ ਹਨ, ਉਹਨਾਂ ਦੀ ਸੰਗਤ ਔਰ ਸੋਭਤ ਸੱਚੀ ਹੈ। ਆਪ ਕਹਿੰਦੇ ਅਗਰ ਇਹ ਦੋ ਗੱਲਾਂ ਸਾਡੀ ਸਮਝ ਵਿੱਚ ਆ ਜਾਣ, ਦੋ ਗੱਲਾਂ ਅਸੀਂ ਮਹਾਤਮਾ ਦੀਆਂ ਮੰਨ ਲਈਏ, ਸਾਡਾ ਮਰਨ ਜੰਮਣ ਦੇ ਦੁੱਖਾਂ ਤੋਂ, ਦੇਹ ਦੀਆਂ ਬੰਧਨਾਂ ਤੋਂ ਛੁਟਕਾਰਾ ਹੋ ਜਾਵੇ। ਅਸੀਂ ਝੂਠੀਆਂ ਨੂੰ ਛੱਡਦੇ ਵੀ ਸੱਚੀਆਂ ਨੂੰ ਅਪਣਾ ਲਈਏ, ਸਾਡਾ ਹਮੇਸ਼ਾ ਵਾਸਤੇ ਦੇਹ ਵਿੱਚ ਆਉਣ ਦਾ ਪਰਪਸ ਪੂਰਾ ਹੋ ਜਾਵੇ, ਦੇਹ ਵਿੱਚ ਆਉਣ ਦਾ ਮਕਸਦ ਪੂਰਾ ਹੋ ਜਾਵੇ। मान बचन मेरा तू सजनी, जन्म मरण तेरा छुट जाए। नभ चल चलो शब्द में पेलो, राधा स्वामी कहत बुझाए। ਸਭ ਕੁਝ ਬਿਆਨ ਕਰਕੇ ਆਪ ਫਰਮਾਉਂਦੇ ਹਨ, ਨਵਾਂ ਦੁਆਰਿਆਂ ਚੋਂ ਖਿਆਲ ਕੱਢ ਕੇ ਅੱਖਾਂ ਪਿੱਛੇ ਲਿਆ ਕੇ ਸ਼ਬਦ ਦੇ ਨਾਲ ਜੋੜੋ। ਅਗਰ ਤੁਸੀਂ ਦੇਹ ਦੀਆਂ ਬੰਧਨਾਂ ਤੋਂ ਬਚਣਾ ਚਾਹੁੰਦੇ ਹੋ, ਇਨਸਾਨ ਦੇ ਜਾਮਿਆਂ ਹਾਸਲ ਕਰਨ ਦਾ ਫਾਇਦਾ ਉਠਾਉਣਾ ਚਾਹੀਦੇ ਹੋ, ਸਾਨੂੰ ਵੀ ਚਾਹੀਦਾ ਹੈ ਮਹਾਤਮਾ ਦੇ ਉਪਦੇਸ਼ ਉੱਪਰ ਚੱਲ ਕੇ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜੀਏ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਨਾਨਕ ਨਾਮ ਨਾ ਵਿਸਰੇ ਛੋਟੇ ਸ਼ਬਦ ਕਮਾਏ। ਭਰਾਵਾ, ਨਾਮ ਨੂੰ ਤਾਂ ਕਦੇ ਸੁਪਨੇ ਅੰਦਰ ਵੀ ਵਿਸਾਰਨ ਦੀ ਕੋਸ਼ਿਸ਼ ਨਾ ਕਰੀ। ਜਦੋਂ ਵੀ ਤੂੰ ਦੇਹ ਦੀਆਂ ਬੰਧਨਾਂ ਤੋਂ ਛੁੱਟੇਗਾ, ਸ਼ਬਦ ਦੀ ਕਮਾਈ ਕਰਕੇ, ਨਾਮ ਦੀ ਕਮਾਈ ਕਰਕੇ। नभ चढ़ चलो शब्द में पेलो, राजा स्वामी कहते